ਤੋਂ ਜੁੜ ਗਏ ਨੇ ਉਹਨਾਂ ਨਾਲ ਅਸੀਂ ਕਰਦੇ ਹਾਂ ਭਾਰਤ ਤੇ ਦੁਨੀਆ ਭਰ ਦੀਆਂ ਖਬਰਾਂ ਤੇ ਇੱਕ ਪਾਉਂਦੇ ਹਾਂ ਝਾਤ ਔਰ ਉਹਨਾਂ ਕੋਲ ਜਾਣਦੇ ਹਾਂ ਕਿ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਪਿੱਛੇ ਚੱਲ ਰਹੀਆਂ ਖਬਰਾਂ ਕੀ ਨੇ। ਉਹ ਗੱਲਬਾਤ ਜਿਹੜੀ ਆ ਉਹ ਸੁਸ਼ੀਲ ਜੀ ਲੈ ਕੇ ਆਉਂਦੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਸੁਸ਼ੀਲ ਦਸਾਂਝ ਰਾਂ ਦਾ ਕਰਦੇ ਹਾਂ ਸਵਾਗਤ। ਦਸਾਂਝ ਸਾਹਿਬ ਜੀ ਆਇਆਂ ਨੂੰ ਜੀ, ਸਵਾਗਤ ਤੁਹਾਡਾ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਮੈਂ ਤੇ ਹਰਜੀਤ ਗਿੱਲ ਜੁੜਿਆ ਤੁਹਾਡੇ ਨਾਲ ਇਸ ਸਪੈਸ਼ਲ ਨਿਊਜ਼ ਸੈਗਮੈਂਟ ਦੇ ਵਿੱਚ। ਕੁਝ ਸਮੱਸਿਆਵਾਂ ਕਈ ਵਾਰ ਆ ਜਾਂਦੀਆਂ ਨੇ, ਅੱਜ ਵੀ ਥੋੜੀ ਇੰਟਰਨੈਟ ਦੀ ਸਮੱਸਿਆ ਹੈ। ਜੇ ਆਈ ਤਾਂ ਅਸੀਂ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗ ਲੈਂਦੇ ਹਾਂ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਪਹਿਲਾਂ ਦੁਨੀਆ ਭਰ ਦੀਆਂ ਖਬਰਾਂ ਤੇ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਤੇ ਅੱਜ ਇੱਕ ਝਾਤ ਮਾਰ ਲੈਂਦੇ ਆ। ਜਿਹੜਾ ਇਜ਼ਰਾਈਲ ਫਲਸਤੀਨ ਝਗੜਾ ਚੱਲ ਰਿਹਾ ਸੀ 12 ਦਿਨ ਦੀ ਬੇਹੱਦ ਤਬਾਹੀ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਜਾ ਕੇ ਉਹ ਥੰਮਿਆ ਔਰ ਕਿਹਾ ਜਾਂਦਾ ਹੈ ਕਿ ਇਸ ਵਾਰ ਜਿਹੜਾ ਦੁਨੀਆ ਦਾ ਮਾਹੌਲ ਬਣਿਆ ਸੀ ਥੋੜ੍ਹਾ ਜਿਹਾ, ਜਿਹੜੇ ਮੁਸਲਿਮ ਕੰਟਰੀ, ਅਰਬ ਕੰਟਰੀ, ਉਹਨਾਂ ਤੋਂ ਇਲਾਵਾ ਵੀ ਦੁਨੀਆ 'ਚ ਜਿੱਦਾਂ ਦੀ ਹਵਾ ਚੱਲ ਰਹੀ ਸੀ, ਜਿਹੜੇ ਯੂਰਪੀਅਨ ਕੰਟਰੀ ਜਾਂ ਵੈਸਟਰਨ ਕੰਟਰੀ ਸਪੋਰਟ ਕਰਦੇ ਸੀ ਇਜ਼ਰਾਈਲ ਨੂੰ ਅੰਧਾਧੁੰਦ, ਉਹ ਉੱਦਾਂ ਦੀ ਸਪੋਰਟ ਨਹੀਂ ਕਰ ਪਾਏ। ਹਾਲਾਂਕਿ ਅਸਲਾ ਦੋਨਾਂ ਪਾਸਿਆਂ ਤੋਂ ਚੱਲ ਰਿਹਾ ਜਿਹੜਾ ਉਹ ਇਹਨਾਂ ਮੁਲਕਾਂ ਦਾ ਹੀ ਚੱਲਿਆ ਤੇ 12 ਦਿਨ ਦੀ ਕਤਲੋਗਾਰਤ ਤੋਂ ਬਾਅਦ ਹੁਣ ਥੋੜ੍ਹੀ ਜਿਹੀ ਜੁੱਧਬੰਦੀ ਜਿਹੜੀ ਆ ਉਹ ਕਰ ਦਿੱਤੀ ਗਈ ਆ। ਇਹਦੇ ਪਿੱਛੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਸੋ ਪਹਿਲਾਂ ਤਾਂ ਇੱਥੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਇਹ ਜਿਹੜਾ ਝਗੜਾ ਆ ਤੇ ਜਿਸ ਤਰੀਕੇ ਨਾਲ ਰਹਿ ਰਿਹਾ ਕਿ ਉੱਥੇ ਬਰਬਾਦੀ ਹੁੰਦੀ ਆ, ਬੰਬ ਡਿੱਗਦੇ ਨੇ, ਰੌਕਟ ਚੱਲਦੇ ਨੇ, ਲੋਕਾਂ ਦਾ ਜ਼ਿੰਦਗੀ ਜਿਹੜੀ ਆ ਉਹ 24 ਘੰਟੇ ਖਤਰੇ ਥੱਲੇ ਰਹਿੰਦੀ ਆ, ਤੇ ਦੁਨੀਆ ਇਸ ਝਗੜੇ ਨੂੰ ਨਿਪਟਾਉਣ ਵਾਲੇ ਪਾਸੇ ਕਿਉਂ ਨਹੀਂ ਜਾਂਦੀ, ਸਗੋਂ ਇਹ ਹੋਰ ਉਲਝਦਾ ਜਾਂਦਾ। ਤੇ ਇਹਦੇ ਪਿੱਛੇ ਕੀ ਹੋਰ ਗੱਲਾਂ ਜਿਹੜੀਆਂ ਤੁਸੀਂ ਇਹਨਾਂ ਦਿਨਾਂ 'ਚ ਅਬਜ਼ਰਵ ਕੀਤੀਆਂ ਜੀ? ਦੇਖੋ, ਨੰਬਰ ਇੱਕ ਗੱਲ ਤਾਂ ਇਹ ਹੈ ਕਿ ਚਲੋ ਇਸ ਗੱਲ ਦੀ ਥੋੜੀ ਤਸੱਲੀ ਹੈ ਕਿ ਜਿਹੜੀ ਇਹ ਚੱਲ ਰਹੀ ਸੀ ਇੱਕ ਕਿਸਮ ਦੀ ਬਹੁਤ ਹੀ ਖਤਰਨਾਕ ਕਿਸਮ ਦੀ ਜੰਗ ਕਹੀ ਜਾ ਸਕਦੀ, ਜਿਹਦੇ 'ਚ ਇੱਕ ਪਲੜੇ 'ਚ ਦੋਨੋਂ ਧਿਰਾਂ ਨੂੰ ਨਹੀਂ ਤੋਲਿਆ ਜਾ ਸਕਦਾ। ਉਹ ਜਿਹੜੀ ਜੰਗ ਹੈ ਉਹਦੀ ਜੰਗਬੰਦੀ ਜਿਹੜੀ ਹੈ ਹੋਈ ਹੈ, ਕਿਹਾ ਜਾ ਰਿਹਾ ਜੰਗਬੰਦੀ, ਪਰ ਇਹ ਬੜੀ ਟੈਂਪਰੇਰੀ ਜਿਹੀ ਹੈ। ਤੇ ਨਾਲ ਦੀ ਨਾਲ ਹੀ ਹਮਾਸ ਜਿਹੜੀ ਫਿਲਸਤੀਨ ਦੀ ਜਥੇਬੰਦੀ ਹੈ, ਉਹਨੇ ਕਹਿ ਦਿੱਤਾ ਹੈ ਕਿ ਇਹ ਚੰਗੀ ਗੱਲ ਹੈ, ਜੰਗਬੰਦੀ ਹੈ, ਪਰ ਜੇ ਇਸ ਜੰਗਬੰਦੀ ਨੂੰ ਤੋੜਿਆ ਗਿਆ ਤਾਂ ਅਸੀਂ ਫੇਰ ਤਿਆਰ ਹਾਂ। ਵੀ ਸਾਨੂੰ ਇਹ ਨਾ ਸਮਝ ਲਿਆ ਜਾਏ ਕਿ ਅਸੀਂ ਝੁਕ ਗਏ ਹਾਂ ਜਾਂ ਅਸੀਂ ਆਪਣੀ ਲੜਾਈ ਛੱਡ ਦਿੱਤੀ ਹੈ। ਸਾਡੀ ਲੜਾਈ ਆਪਣੇ ਜਿਹੜੀ ਅਧਿਕਾਰ ਦੀ ਲੜਾਈ ਆ, ਆਪਣੀ ਜ਼ਮੀਨ ਦੀ ਲੜਾਈ ਆ, ਸਾਡੀ ਇਹ ਲੜਾਈ ਰਹੇਗੀ। ਪਰ ਜੇ ਜੰਗਬੰਦੀ ਦੀ ਵਾਇਲੇਸ਼ਨ ਕੀਤੀ ਗਈ ਤਾਂ ਅਸੀਂ ਤਿਆਰ ਬਰ ਤਿਆਰ ਹਾਂ, ਉਹਨਾਂ ਨੇ ਇਹ ਗੱਲ ਕਹੀ ਹੈ। ਦੂਜੀ ਗੱਲ ਜਿਹੜੀ ਮੈਂ ਪਹਿਲਾਂ ਵੀ ਕਹੀ ਆ, ਹੁਣ ਵੀ ਕਹਿਣਾ ਹੈ ਕਿ ਇਸ ਨੂੰ ਇਜ਼ਰਾਈਲ ਨੂੰ ਤੇ ਫਿਲਸਤੀਨ ਨੂੰ ਇੱਕੋ ਪਲੜੇ 'ਚ ਨਹੀਂ ਤੋਲਿਆ ਜਾ ਸਕਦਾ। ਦੁਨੀਆ ਆਮ ਤੌਰ ਤੇ, ਜਿੱਦਾਂ ਤੁਸੀਂ ਕੁਝ ਮੁਲਕਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਝੁਕਾਅ ਬਹੁਤਾ ਝੁਕਾਅ ਕਿ ਪੂਰੀ ਤਰ੍ਹਾਂ ਸਮਰਥਨ ਜਿਹੜਾ ਆ ਉਹ ਇਜ਼ਰਾਈਲ ਨੂੰ ਆ, ਇੱਕ ਅੱਧੇ ਮੁਲਕ ਨੂੰ ਛੱਡ ਕੇ, ਦੋ ਮੁਲਕਾਂ ਨੂੰ ਛੱਡ ਕੇ। ਈਵਨ ਜਿਹੜੇ ਅਰਬ ਕੰਟਰੀਜ਼ ਹੈਗੀਆਂ 57-58 ਜਿਹੜੇ ਅਰਬ ਮੁਲਕ ਨੇ, ਜਿੱਥੋਂ ਦੀ ਟੋਟਲ ਜਿਹੜੀ ਆਬਾਦੀ 140 ਕਰੋੜ ਦੇ ਨੇੜੇ ਤੇੜੇ ਇਹਨਾਂ ਸਾਰੇ ਮੁਲਕਾਂ ਦੀ, ਤੇ ਜਿਹੜਾ 90 ਲੱਖ ਦੀ ਆਬਾਦੀ ਵਾਲਾ ਮੁਲਕ ਇਜ਼ਰਾਈਲ ਹੈ, ਉਹ ਜਿਹੜੇ 57-58 ਮੁਲਕ ਨੇ ਉਹ ਵੀ ਮਤਲਬ ਫਿਲਸਤੀਨ ਦੇ ਨਾਲ ਨਹੀਂ ਕਿਤੇ ਵੀ ਦਿਖਾਈ ਦੇ ਰਹੇ। ਉਹ ਇਜ਼ਰਾਈਲ ਦੀ ਜਿਹੜੀ ਧੌਂਸਵਾਦੀ ਨੀਤੀ ਹੈ ਉਹਦੇ ਅੱਗੇ ਇੱਕ ਕਿਸਮ ਦੇ ਨਤਮਸਤਕ ਜਿਹੜੇ ਦਿਖਾਈ ਦੇ ਰਹੇ ਆ। ਤੇ ਫਿਲਸਤੀਨ ਦੀ ਕੋਈ ਫੌਜ ਵੀ ਨਹੀਂ ਹੈ। ਕੀ ਮੁਕਾਬਲਾ ਇਜ਼ਰਾਈਲ ਤੇ ਫਿਲਸਤੀਨ ਦਾ? ਫਿਲਸਤੀਨ ਦੀ ਕੋਈ ਫੌਜ ਨਹੀਂ ਹੈ। ਫਿਲਸਤੀਨ ਦੀ ਇਹ ਜਥੇਬੰਦੀ ਹੈ ਹਮਾਸ, ਜਿਹੜੀ ਇਜ਼ਰਾਈਲ ਨੇ ਖੜੀ ਕੀਤੀ ਸੀ। ਇਜ਼ਰਾਈਲ ਨੇ ਖੜੀ ਕੀਤੀ ਸੀ, ਜਿਹੜੇ ਫਿਲਸਤੀਨ ਦੇ ਨਰਮਪੰਥੀ ਧੜੇ ਦੇ ਜਿਹੜੇ ਲੀਡਰ ਸੀ ਜਾਂ ਲੀਡਰਸ਼ਿਪ ਸੀ ਉਹਦੇ ਖਿਲਾਫ। ਤੇ ਬਾਅਦ ਵਿੱਚ ਇਹ ਜਥੇਬੰਦੀ ਹਮਾਸ ਜਿਹੜੀ ਹੈ ਇਜ਼ਰਾਈਲ ਦੇ ਹੱਥੋਂ ਨਿਕਲ ਗਈ ਤੇ ਫਿਲਸਤੀਨ ਦੇ ਲੋਕਾਂ ਦੀ ਜਿਹੜੀ ਲੜਾਈ ਹੈ ਆਪਣੇ ਆਪ ਨੂੰ ਬਚਾਉਣ ਦੀ, ਤੇ ਉਸ ਲੜਾਈ ਦੀ ਅਗਵਾਈ ਕਰਨ ਵਾਲੀ ਜਥੇਬੰਦੀ ਬਣ ਗਈ। ਉਹਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਮੁਕੰਮਲ ਤੌਰ ਤੇ ਹਮਾਸ ਦੇ ਨਾਲ, ਉਹਦੇ ਕੰਮ ਕਰਨ ਦੇ ਤਰੀਕੇ ਦੇ ਨਾਲ, ਪਰ ਫਿਰ ਵੀ ਉਹ ਲੜਾਈ ਲੜ ਰਹੇ ਨੇ, ਫਿਲਸਤੀਨ ਦੀ ਲੜਾਈ ਲੜ ਰਹੇ ਨੇ, ਫਿਲਸਤੀਨ ਆਵਾਮ ਦੀ ਲੜਾਈ ਲੜ ਰਹੇ ਨੇ। ਫੌਜ ਉੱਥੇ ਕੋਈ ਨਹੀਂ ਹੈ।
ਤੇ ਉਹ ਮੁਕਾਬਲਾ ਕਰਦੇ ਨੇ ਇਜ਼ਰਾਈਲ ਵਰਗੇ ਉਸ ਮੁਲਕ ਦਾ, ਜਿਸ ਮੁਲਕ ਨੂੰ ਦੁਨੀਆ ਦੀ ਵੀ ਹਮਾਇਤ ਹੈ। ਈਵਨ ਸਾਡਾ ਜਿਹੜਾ ਭਾਰਤ ਹੈ, ਉਹਦੀ ਕਿਸੇ ਵੇਲੇ ਨੀਤੀ ਕੋਈ ਹੋਰ ਹੁੰਦੀ ਸੀ। ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਫਿਲਿਸਤੀਨ ਦੇ ਹਮਾਇਤੀ ਦੇ ਤੌਰ ਤੇ ਭਾਰਤ ਨੂੰ ਜਾਣਿਆ ਜਾਂਦਾ ਸੀ, ਤੇ ਅੱਜ ਉਹ ਇਜ਼ਰਾਈਲ ਦਾ ਇੱਕ ਕਿਸਮ ਦਾ ਭਾਈਵਾਲ ਹੈ ਭਾਰਤ। ਤੇ ਅਮਰੀਕਾ ਦੀ ਪੂਰੀ ਜਿਹੜੀ ਸਪੋਰਟ ਜਿਹੜੀ ਹੈ ਇਜ਼ਰਾਈਲ ਨੂੰ ਆ, ਹਥਿਆਰਾਂ ਦਾ ਵੀ ਸਾਰਾ ਜਿਹੜਾ ਤਾਣਾ ਬਾਣਾ ਹੈ ਉਸੇ ਤਰੀਕੇ ਨਾਲ ਬੁਣਿਆ ਗਿਆ, ਤੇ ਅਤ ਆਧੁਨਿਕ ਹਥਿਆਰ ਨੇ ਇਜ਼ਰਾਈਲ ਦੇ ਕੋਲ। ਤੇ ਹਮਾਸ ਜਿਹੜੀ ਹੈ ਉਹ ਬਹੁਤ ਕਹਿ ਲਓ ਵੀ ਤਕਨੀਕ ਦੇ ਤੌਰ ਦੇ ਉੱਤੇ ਪਛੜਿਆ ਹੋਇਆ ਇਜ਼ਰਾਈਲ ਨਾਲੋਂ, ਦੇ ਬਾਵਜੂਦ ਵੀ ਉਹਨੇ ਲੰਮਾ ਸਮੇਂ ਤੋਂ ਮੁਕਾਬਲਾ ਕੀਤਾ, ਤੇ ਅਗਾਂਹ ਵੀ ਉਹ ਕਹਿ ਰਿਹਾ ਕਿ ਵੀ ਸਾਡਾ ਜਿਹੜਾ ਹੱਕ ਹੈ ਅਸੀਂ ਉਹ ਲੈ ਕੇ ਰਹਿਣਾ। ਜਿਹੜੇ ਫਿਲਿਸਤੀਨ ਬੋਲਦੇ ਕੁਝ ਇਲਾਕੇ ਨੇ ਧੱਕੇ ਨਾਲ ਜਿਹੜੇ ਕਬਜ਼ਾ ਕੀਤਾ ਇਜ਼ਰਾਈਲ ਨੇ, ਜਾਂ ਜਿਹੜਾ ਛੋਟਾ ਜਿਹਾ ਇਲਾਕਾ ਰਹਿ ਗਿਆ, 2 ਇਲਾਕੇ ਰਹਿ ਗਏ ਨੇ ਫਿਲਿਸਤੀਨ ਦੇ ਕੋਲ, ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਜ਼ਰਾਈਲ। ਈਵਨ ਉਹਨਾਂ ਇਲਾਕਿਆਂ ਦੇ ਵਿੱਚ ਆਪਣੀਆਂ ਯਹੂਦੀਆਂ ਦੀਆਂ ਬਸਤੀਆਂ ਜਿਹੜੀਆਂ ਗੈਰ ਕਾਨੂੰਨੀ ਜਾਂ ਨਜਾਇਜ਼ ਤੌਰ ਦੇ ਉੱਤੇ ਉੱਥੇ ਵਸਾ ਰਿਹਾ ਇਜ਼ਰਾਈਲ, ਉਹਦੇ ਖਿਲਾਫ ਇਹ ਲੜਾਈ ਜਿਹੜੇ ਆ ਫਿਲਿਸਤੀਨੀ ਲੋਕ ਲੜ ਰਹੇ ਨੇ। ਬਾਕੀ ਦੁਨੀਆ ਹੁਣ ਇੱਕ ਧਰੂਵੀ ਜਿਹੀ ਹੈ ਇਸ ਵੇਲੇ, ਦੁਨੀਆ ਤੇ ਕੋਈ ਬਰਾਬਰ ਦਾ ਕੋਈ ਕੈਂਪ ਨਹੀਂ ਦਿਖਾਈ ਦੇ ਰਿਹਾ, ਉਹਦੇ ਕਰਕੇ ਫਿਲਿਸਤੀਨ ਜਿਹੜਾ ਇਕੱਲਾ ਪਿਆ ਦਿਖਾਈ ਦਿੰਦਾ ਹੈ। ਪਰ ਇਹ ਨਹੀਂ ਹੈ ਕਿ ਉੱਥੋਂ ਦਾ ਜਿਹੜਾ ਆਵਾਮ ਹੈ, ਜਿਹੜੇ ਲੋਕ ਨੇ, ਬੜੀ ਥੋੜੀ ਗਿਣਤੀ ਉਹਨਾਂ ਦੀ, ਪਰ ਉਹ ਆਪਣੀ ਲੜਾਈ ਜਿਹੜੀ ਹੈ ਉਹ ਬਹੁਤ ਤਹੰਮਲ ਦੇ ਨਾਲ ਤੇ ਬਹੁਤ ਹੀ ਬਹਾਦਰੀ ਦੇ ਨਾਲ ਲੜ ਰਹੇ ਨੇ। ਘੱਟੋ ਘੱਟ ਸਾਡੇ ਵਰਗੇ ਲੋਕਾਂ ਦੀ ਤਾਂ ਉਹਨਾਂ ਨੂੰ ਹਮਾਇਤ ਹੈ ਜੀ। ਬਿਲਕੁਲ ਠੀਕ ਹੈ ਜੀ। ਤੇ ਪਰ ਦੂਜੇ ਪਾਸੇ ਦੁਨੀਆ ਭਰ 'ਚ ਇਹ ਵੇਖਿਆ ਜਾ ਰਿਹਾ ਹੈ ਕਿ ਜਿੱਦਾਂ ਮਿਡਲ ਈਸਟ ਦੇ ਵਿੱਚ, ਜਿਵੇਂ ਆਪਾਂ ਕੱਲ ਪਰਸੋਂ ਵੀ ਗੱਲ ਕਰ ਰਹੇ ਸੀ ਕਿ ਆਇਲ ਦਾ ਕਰਕੇ ਜਿਹੜੇ ਐਡਵਾਂਸ ਕੰਟਰੀ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਆਇਲ ਇੰਡਸਟਰੀ ਨੂੰ ਆਪਣੇ ਕਬਜ਼ੇ 'ਚ ਰੱਖਣ ਲਈ ਉੱਥੇ ਕੋਈ ਨਾ ਕੋਈ ਡਿਸਟਰਬੈਂਸ ਰੱਖਦੇ ਨੇ। ਔਰ ਦੂਸਰਾ ਉਹਨਾਂ ਨੂੰ ਦੂਰਾ ਫਾਇਦਾ ਇਹ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਅਸਲਾ ਬਣਾਉਣ ਦੇ ਕਾਰਖਾਨੇ ਨੇ, ਵਪਾਰ ਹੈ ਹਥਿਆਰ ਦਾ, ਉਹ ਚੱਲਦਾ ਹੈ। ਦੂਰੀ ਲੁੱਟ ਕਰਦੇ ਨੇ, ਇੱਕ ਪਾਸੇ ਹਥਿਆਰ ਵੇਚਦੇ ਨੇ, ਦੂਜੇ ਪਾਸੇ ਉੱਥੋਂ ਤੇਲ ਜਿਹੜਾ ਸਸਤਾ ਜਾਂ ਬਿਨਾਂ ਕੀਮਤ ਤੋਂ ਖੋਹ ਕੇ ਲਿਆਉਂਦੇ ਨੇ। ਪਰ ਨਾਲ ਦੀ ਨਾਲ ਜਿਹੜੇ ਉਹ ਮੁਲਕ ਜਿੱਥੇ ਡਿਸਟਰਬੈਂਸ ਚੱਲ ਰਹੀ ਹੁੰਦੀ ਹੈ, ਜਿਵੇਂ ਭਾਰਤ ਵਿੱਚ ਵੀ ਕੁਝ ਏਰੀਆ ਨੇ, ਕਸ਼ਮੀਰ ਖਾਸ ਕਰਕੇ ਜੇ ਗੱਲ ਕਰ ਰਹੀਏ, ਤੇ ਉੱਥੋਂ ਦੇ ਕੁਝ ਇੱਕ ਲੋਕਾਂ ਲਈ, ਕੁਝ ਇੱਕ ਜਥੇਬੰਦੀਆਂ ਲਈ ਵੀ ਇੱਕ ਧੰਦਾ ਜਿਹਾ ਬਣ ਜਾਂਦਾ ਹੈ ਕਿ ਉਹ ਚਾਹੁੰਦੇ ਨਹੀਂ ਹੁੰਦੇ ਕਿ ਇੱਥੇ ਜਿਹੜਾ ਵਾ ਨੋਰਮਲ ਹਾਲਾਤ ਜਿਹੜੇ ਆ ਉਹ ਹੋ ਸਕਣ। ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਲੋਕ ਕਈ ਜਿਹੜੇ ਇਸ ਜਿਹੜੇ ਇਹ 'ਚ ਸ਼ਾਮਲ ਹੁੰਦੇ ਨੇ ਕਿਸੇ ਤਰੀਕੇ ਨਾਲ, ਜਿਵੇਂ ਰਾਹ ਦੇ ਆਫਿਸਰ ਨੇ। ਪਿੱਛੇ ਜੇ ਇੱਕ ਦੌਲਤ ਤੇਹਰਾਂ ਦੀ ਕਿਤਾਬ ਵੀ ਮੈਂ ਪੜ੍ਹੀ ਤਾਂ ਨਹੀਂ, ਪਰ ਉਹਨਾਂ ਦੇ ਰੈਫਰੈਂਸ ਆਉਂਦੇ ਨੇ ਕਈ ਜਗ੍ਹਾ 'ਤੇ। ਉਹ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਮਿਲ ਕੇ ਖੇਡੀ ਜਾਂਦੀ ਹੈ। ਸੋ ਬਹੁਤ ਸਾਰੇ ਕਸ਼ਮੀਰ ਦੇ ਲੋਕ ਵੀ ਨਹੀਂ ਚਾਹੁੰਦੇ, ਪਾਕਿਸਤਾਨ ਵੀ ਨਹੀਂ ਚਾਹੁੰਦਾ, ਭਾਰਤ ਵੀ ਨਹੀਂ ਚਾਹੁੰਦਾ, ਇਸੇ ਤਰ੍ਹਾਂ ਹਮਾਸ ਵੀ ਨਹੀਂ ਚਾਹੁੰਦਾ ਕਿ ਇੱਥੇ ਸਥਾਈ ਅਮਨ ਹੋ ਸਕੇ, ਕਿਉਂਕਿ ਉਹਨਾਂ ਨੂੰ ਇਹ ਸਾਰੇ ਦੇ ਦੌਰਾਨ ਕੁਛ ਨਾ ਕੁਛ ਲੱਭ ਰਿਹਾ ਹੁੰਦਾ ਹੈ ਜਿਹੜਾ ਸਾਨੂੰ ਨੰਗੀ ਅੱਖ ਨਾਲ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ, ਨਜ਼ਰ ਨਹੀਂ ਆਉਂਦਾ। ਉਹਦੇ ਪਿੱਛੇ ਬਹੁਤ ਕੁਝ ਏਜੰਸੀਆਂ ਦਾ, ਬਹੁਤ ਕੁਝ ਉੱਥੋਂ ਦੇ ਲੋਕਾਂ ਦੇ ਜਿਹੜੇ ਇੰਟਰਸਟ ਹੁੰਦੇ ਨੇ, ਕੁਝ ਜਿਹੜੇ ਟੈਰਰਿਸਟ ਗਰੁੱਪ ਹੁੰਦੇ ਨੇ ਉਹਨਾਂ ਦੇ ਇੰਟਰਸਟ ਹੁੰਦੇ ਨੇ। ਉਹ ਰਲ ਮਿਲ ਕੇ ਇੱਕ ਗੇਮ ਜੀ ਚੱਲਦੀ ਰਹਿੰਦੀ ਆ। ਸੋ ਇਸ ਕਰਕੇ ਇਹ ਕਿਤੇ ਅਮਨ ਹੋਣ ਦੀ ਗੱਲ ਜਿਹੜੀ ਹੈ ਸਥਾਈ, ਉਹ ਸਾਹਮਣੇ ਨਹੀਂ ਆਉਂਦੀ। ਇੱਕ ਬੇਸਿਕ ਜਿਹੜੀਆਂ ਕੁਝ ਚੀਜ਼ਾਂ ਤੁਸੀਂ ਜ਼ਿਕਰ ਕੀਤਾ, ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਰ ਫਿਰ ਵੀ ਮੈਂ ਸਮਝਦਾ ਹੈ ਕਿ ਇਜ਼ਰਾਈਲ ਤੇ ਜਿਹੜਾ ਫਿਲਿਸਤੀਨ ਦਾ ਮਾਮਲਾ ਹੈ, ਜਿਹਦੇ 'ਚ ਅਸੀਂ ਫਿਲਿਸਤੀਨ ਦੀ ਚਰਚਾ ਤਾਂ ਕਰ ਰਹੇ ਹਾਂ, ਪਰ ਗੱਲ ਹਮਾਸ ਤੇ ਆ ਜਾਂਦੀ ਹੈ, ਕਿਉਂਕਿ ਜਦੋਂ ਮੈਂ ਜ਼ਿਕਰ ਕੀਤਾ ਕਿ ਫਿਲਿਸਤੀਨ ਕੋਲ ਹੁਣ ਕੋਈ ਆਪਣੀ ਫੌਜ ਨਹੀਂ ਹੈ, ਹਮਾਸ ਹੀ ਉਹ ਲੜਾਈ ਲੜ ਰਿਹਾ ਹੈ। ਹਮਾਸ ਦਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕਿ ਉਹਦੇ ਕੰਮ ਕਰਨ ਦੇ ਤਰੀਕੇ ਦੇ ਨਾਲ ਜਾਂ ਹਮਾਸ ਦੇ ਨਾਲ ਪੂਰੀ ਤਰ੍ਹਾਂ ਸਹਿਮਤੀ ਹੋਵੇ ਨਾ ਹੋਵੇ, ਪਰ ਇਹ ਜ਼ਰੂਰ ਹੈ ਕਿ ਇੱਕ ਲੜਾਈ ਜਿਹੜੀ ਫਿਲਿਸਤੀਨੀ ਆਵਾਮ ਦੀ ਹੈ, ਹੁਣ ਉਹੀ ਲੜ ਰਿਹਾ ਹੈ। ਤੇ ਮੁਕਾਬਲਾ ਇਜ਼ਰਾਈਲ ਦੇ ਨਾਲ ਆਧੁਨਿਕਤਾ ਦੇ ਯਾਨੀ ਟੈਕਨੀਕ ਜਿਹੜੀ ਹੈ, ਉਹਦੀ ਜਿਹੜੀ ਆਧੁਨਿਕ ਤਕਨੀਕ ਹੈ, ਜਿਹੜੀ ਉਹਦੇ ਮੁਤਾਬਕ ਮੁਕਾਬਲਾ ਕੋਈ ਨਹੀਂ ਇਜ਼ਰਾਈਲ ਦਾ। ਮਤਲਬ ਨੀਅਰ ਅਬਾਊਟ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਛੋਟੇ ਹਥਿਆਰ ਵਰਤੇ ਨੇ ਹਮਾਸ ਨੇ, ਫਿਰ ਵੀ 4300 ਦੇ ਕਰੀਬ ਰੌਕਟ ਜਿਹੜੇ ਆ, ਜਿਹੜੀਆਂ ਡਿਟੇਲਸ ਆਈਆਂ, ਉਹਨੇ ਵਰਤੇ ਨੇ ਹਮਾਸ ਨੇ। ਪਰ ਦੂਸਰੇ ਪਾਸੇ
ਮਤਲਬ ਜੇ ਤੁਸੀਂ ਉਹ ਵੀਡੀਓਜ਼ ਵੀ ਦੇਖੋ ਤੁਹਾਨੂੰ ਇਹ ਲੱਗਦਾ ਹੈ ਆਤਿਸ਼ਬਾਜ਼ੀ ਹੋ ਰਹੀ ਹੈ। ਲਗਾਤਾਰ 2000 ਦੇ ਕਰੀਬ ਇਜ਼ਰਾਈਲ ਨੇ 에ਅਰ ਸਟ੍ਰਾਈਕ ਕੀਤੀ ਹੈ। ਇਜ਼ਰਾਈਲ ਨੇ 2000 ਦੇ ਕਰੀਬ 에ਅਰ ਸਟ੍ਰਾਈਕ, ਅਸੀਂ ਇੱਕ 에ਅਰ ਸਟ੍ਰਾਈਕ ਕੀਤੀ ਸੀ, ਭਾਰਤ ਨੇ ਕੀਤੀ ਸੀ ਜਾਂ ਨਹੀਂ ਕੀਤੀ ਸੀ, ਜਿਹੜਾ ਬਹੁਤ ਪ੍ਰਚਾਰ ਕੀਤਾ ਗਿਆ, ਬਾਲਾਕੋਟ ਵਾਲੀ 에ਅਰ ਸਟ੍ਰਾਈਕ ਜਿਹੜੀ ਹੈ ਪਾਕਿਸਤਾਨ ਵਾਲੇ ਪਾਸੇ, ਤੇ ਬੜੀ ਪਿੱਠ ਥਾਪੜੀ ਸੀ ਉਦੋਂ ਨਰਿੰਦਰ ਮੋਦੀ ਹੋਰਾਂ ਨੇ। ਤੇ ਅਸੀਂ ਇੱਕ 에ਅਰ ਸਟ੍ਰਾਈਕ ਕੀਤੀ ਸੀ, ਉਹਦਾ ਢੰਡੋਰਾ ਸਾਰੀ ਦੁਨੀਆ 'ਚ ਪਿੱਟਿਆ ਗਿਆ। ਤੇ ਇੱਥੇ 2000 에ਅਰ ਸਟ੍ਰਾਈਕ ਹੋਈ ਹੈ। ਤੇ ਉਹਦੇ ਮੁਕਾਬਲੇ ਦੇ ਵਿੱਚ ਹਮਾਸ ਦੇ ਕੋਲ ਬਹੁਤ ਬਹੁਤ ਕਹਿ ਲਓ ਵੀ ਛੋਟੇ ਹਥਿਆਰ ਨੇ, ਰਾਕਟ ਵਗੈਰਾ। 에ਅਰ ਸਟ੍ਰਾਈਕ ਦੇ ਮੁਕਾਬਲੇ ਜਿਹੜੇ ਆ ਛੋਟੇ ਰਾਕਟ, ਬਹੁਤ ਛੋਟੇ ਹਥਿਆਰ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ, ਪਰ ਫਿਰ ਵੀ ਉਹ 4300 ਦੇ ਕਰੀਬ ਰਾਕਟ ਉਹਨਾਂ ਨੇ ਵੀ ਦਾਗੇ ਆ। ਸੋ ਹਥਿਆਰਾਂ ਦੀ ਲੌਬੀ ਤਾਂ ਹੈ, ਇਹਨਾਂ ਨੂੰ ਹਥਿਆਰ ਕਿੱਥੋਂ ਮੁਹੱਈਆ ਹੋ ਰਹੇ ਨੇ ਦੋਵਾਂ ਪਾਸਿਆਂ ਨੂੰ, ਤੇ ਖਾਸ ਤੌਰ ਤੇ ਹਮਾਸ ਨੂੰ, ਕਿਉਂਕਿ ਹਮਾਸ ਕੋਈ ਐਡੀ ਵੱਡੀ ਤਾਕਤ ਨਹੀਂ ਹੈ ਵੀ ਹਕੂਮਤਾਂ ਜਿਹੜੀਆਂ ਉਹਨਾਂ ਨੂੰ ਸਪਲਾਈ ਕਰ ਰਹੀਆਂ ਹੋਣ, ਜਾਂ ਕੋਈ ਲੈਣ ਦੇਣ ਹੋਇਆ ਹੋਵੇ ਇਸ ਕਿਸਮ ਦਾ, ਜਿੱਦਾਂ ਅਮਰੀਕਾ ਨਾਲ ਲੈਣ ਦੇਣ ਜਿਹੜਾ ਡਾਇਰੈਕਟਲੀ ਇਜ਼ਰਾਈਲ ਦਾ ਜਾਂ ਬਾਕੀ ਮੁਲਕਾਂ ਦਾ। ਸੋ ਇੱਕ ਲੌਬੀ ਤਾਂ ਹੁੰਦੀ ਹੈ ਹਥਿਆਰਾਂ ਦੀ, ਉਹ ਆਪਣੇ ਤਰੀਕੇ ਦੇ ਨਾਲ ਉਹ ਜਿਉਂਦਾ ਰੱਖਦੀ ਹੁੰਦੀ ਹੈ। ਇਸ ਤਰ੍ਹਾਂ ਦੇ ਝਗੜੇ, ਇਸ ਤਰ੍ਹਾਂ ਦੀਆਂ ਲੜਾਈਆਂ ਜਿਉਂਦਾ ਰੱਖਣ ਦੇ ਵਿੱਚ ਉਹਨਾਂ ਦਾ ਜਿਉਂਦਾ ਰਹਿਣਾ ਜਿਹੜਾ ਸ਼ਾਮਲ ਹੁੰਦਾ, ਕਿਉਂਕਿ ਉਹਨਾਂ ਨੇ ਉਹਦੇ ਤੇ ਪਾਲਣਾ ਹੁੰਦਾ। ਸੋ ਨਹੀਂ ਚਾਹੁੰਦੇ ਹਥਿਆਰ ਵੇਚਣ ਵਾਲੇ ਜਾਂ ਹਥਿਆਰਾਂ ਦੇ ਵਪਾਰੀ ਜਾਂ ਇਹ ਲੌਬੀ ਵੀ ਕਿਤੇ ਵੀ ਸਥਾਈ ਸ਼ਾਂਤੀ ਹੋਵੇ। ਇਸ ਕਰਕੇ ਦੁਨੀਆ ਦੇ ਹਰ ਖਿੱਤੇ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦਿਖਾਈ ਦਿੰਦਾ ਹੈ ਜੀ। ਇਸੇ ਤਰ੍ਹਾਂ ਹੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਆਪਣੇ ਦੋਸਾਂਝ ਸਾਹਿਬ, ਜਿਹੜੇ ਅਮਰਜੀਤ ਸਿੰਘ ਦੌਲਤ ਜਿਹੜੇ ਨੇ ਉਹ ਰਾਹ ਦੇ ਵਿੱਚ ਵੱਡੇ ਅਫਸਰ ਸੀ ਔਰ IB ਦੇ ਸਪੈਸ਼ਲ ਉਹ ਡਾਇਰੈਕਟਰ ਵੀ ਰਹੇ ਨੇ, ਤੇ ਉਹਨਾਂ ਨੇ ਪਾਕਿਸਤਾਨ ਦੀ ISI ਦੇ ਚੀਫ ਰਹੇ ਲੈਫਟੀਨੈਂਟ ਜਨਰਲ ਅਸਦ ਦੁਰਾਨੀ ਰਾਹ ਦੇ ਨਾਲ ਮਿਲ ਕੇ ਇੱਕ ਕਿਤਾਬ ਲਿਖੀ ਸੀਗੀ ਕਿ ਜਿਹੜੀਆਂ ਇੰਟੈਲੀਜੈਂਸ ਸਰਵਿਸਿਜ਼ ਨੇ ਇਹ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੀਆਂ। ਉਹ 'ਚ ਕਹਿੰਦੇ ਨੇ ਕਿ ਭਾਵੇਂ ਉਹ ਕਿਤਾਬ 2018 'ਚ ਲਿਖੀ ਸੀ, ਮੈਂ ਉਹ ਪੜ੍ਹ ਨਹੀਂ ਸਕਿਆ, ਉਹਦੇ ਕਿਤੇ ਰੈਫਰੈਂਸ ਜ਼ਰੂਰ ਵੇਖੇ ਨੇ। ਉਹ ਕਹਿੰਦੇ ਨੇ ਕਿ ਇੰਟੈਲੀਜੈਂਸ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਵੀ ਟੈਰਰਿਸਟ ਨਾਲ ਕਈ ਜਗ੍ਹਾ 'ਤੇ ਮਿਲ ਕੇ ਕੰਮ ਕਰਦੀਆਂ। ਤੁਹਾਨੂੰ ਯਾਦ ਹੋਣਾ ਹੁਣੇ ਇੱਕ ਸਿੱਖ ਆਫੀਸਰ ਸੀਗਾ ਆਪਣੇ JNK ਗਵਰਨਮੈਂਟ ਦੇ ਵਿੱਚ, ਪੁਲਿਸ ਆਫੀਸਰ, ਜਿਹੜਾ ਪਕੜਿਆ ਗਿਆ ਸੀਗਾ ਅੱਤਵਾਦੀਆਂ ਨੂੰ ਸਪੋਰਟ ਕਰਦਾ ਹੋਇਆ ਲਖੀਮਪੁਰ ਬਾਰਡਰ ਜਿਹੜਾ ਉਹਦੇ ਉੱਤੇ, ਤੇ ਉਹਦੇ ਜਦੋਂ ਪੋਤੜੇ ਫੋਲੇ ਗਏ ਸੀਗੇ, ਹਾਲਾਂਕਿ ਉਹ ਬਹੁਤ ਵੱਡੇ ਲੈਵਲ ਦਾ ਅਫਸਰ ਨਹੀਂ ਸੀਗਾ, ਪਰ ਉਹ ਕਿਹਾ ਜਾਂਦਾ ਹੈ ਕਿ ਜਿਹੜੇ ਅਫਜ਼ਲ ਗੁਰੂ ਵਗੈਰਾ ਵਾਲਾ ਕਿੱਸਾ ਹੋਇਆ ਸੀਗਾ, ਪਾਰਲੀਮੈਂਟ 'ਚ ਬੰਬ ਕਾਂਡ ਹੋਇਆ ਸੀ, ਉਹਦੇ ਵਿੱਚ ਵੀ ਉਹ ਇਨਵੋਲਵ ਸੀਗਾ। ਇਸੇ ਤਰ੍ਹਾਂ ਜਿਹੜਾ ਮੈਂ ਅਮਰਜੀਤ ਸਿੰਘ ਦੌਲਤ ਰਾਂ ਦੀ ਕਿਤਾਬ ਦਾ ਜ਼ਿਕਰ ਕੀਤਾ ਆ, ਉਹਦੇ ਵਿੱਚ ਵੀ ਕਈ ਗੱਲਾਂ ਮੈਂ ਸੁਣ ਰਿਹਾ ਹਾਂ ਕਿ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸਲਾਉਦੀਨ ਵਰਗਾ ਬੰਦਾ ਜਿਹੜਾ ਪਾਕਿਸਤਾਨ 'ਚ ਬੈਠਾ ਹੋਇਆ, ਉਹਨਾਂ ਦੀ ਬੱਚਿਆਂ ਨੂੰ ਮੈਡੀਕਲ ਕਾਲਜਾਂ 'ਚ ਦਾਖਲਾ ਦਿਵਾਉਣ ਤੱਕ ਵੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਰੋਲ ਅਦਾ ਕਰਦੀਆਂ ਨੇ, ਭਾਰਤ ਦੀਆਂ ਵੀ। ਤੇ ਜਿਹੜੀ ਇਹ ਕਿਤਾਬ ਲਿਖੀ ਆਈ ਉਹਨਾਂ ਨੇ ਮਿਲ ਕੇ, ਉਹ ਕਿਤਾਬ ਵੈਸੇ ਪੜ੍ਹਨੀ ਜ਼ਰੂਰ ਚਾਹੀਦੀ ਆ, ਮੈਂ ਵੀ ਕੋਸ਼ਿਸ਼ ਕਰਾਂਗਾ ਉਹ ਲੈ ਕੇ ਪੜ੍ਹੀ ਜਾਵੇ। ਉਹਦੇ ਵਿੱਚ ਕਈ ਭੇਦ ਉਹਨਾਂ ਖੋਲ੍ਹਿਆ, ਜਿਹਦਾ ਰਿਐਕਸ਼ਨ ਮਾੜਾ ਮੋਟਾ ਪਾਕਿਸਤਾਨ 'ਚ ਤਾਂ ਹੋਇਆ ਕਿ ਉਹਨਾਂ ਨੂੰ ਸਰਕਾਰ ਨੇ ਥੋੜ੍ਹਾ ਦਬਾਇਆ, ਪਰ ਉਹਨਾਂ ਦੀ ਪੈਨਸ਼ਨ ਵਗੈਰਾ ਤਾਂ ਕੋਈ ਬੰਦ ਨਹੀਂ ਕੀਤੀ, ਕੁਛ ਨਹੀਂ ਕਿਹਾ, ਪਰ ਭਾਰਤ ਵਿੱਚ ਇਹਦਾ ਕੋਈ ਨੋਟਿਸ ਹੀ ਨਹੀਂ ਲਿਆ ਗਿਆ। ਇਹ ਜਿਸ ਤਰ੍ਹਾਂ ਸੱਚ ਸਾਹਮਣੇ ਆਉਂਦੇ ਨੇ, ਕਿਤਾਬਾਂ 'ਚ ਹੀ ਰਹਿ ਜਾਂਦੇ ਨੇ, ਆਮ ਲੋਕਾਂ ਤੱਕ ਨਹੀਂ ਪਹੁੰਚਦੇ। ਇਹ ਜਿਹੜੇ ਆ ਇਹ ਸੱਚ ਉਜਾਗਰ ਹੋਣੇ ਚਾਹੀਦੇ ਆ। ਸਾਡੇ ਮੀਡੀਆ ਨੂੰ ਵੀ ਇਹ ਫਰਜ਼ ਨਿਭਾਉਣਾ ਚਾਹੀਦਾ ਕਿ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਜਿਹੜੀਆਂ ਨਫ਼ਰਤਾਂ ਦੇ ਬੀਜ ਬੀਜੇ ਜਾਂਦੇ ਨੇ ਥੱਲੜੇ ਪੱਧਰ 'ਤੇ, ਪਰ ਉੱਪਰ ਰਾਜਨੀਤਿਕ ਲੋਕ ਤੇ ਇੰਟੈਲੀਜੈਂਸ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਲੋਕ ਇਕੱਠੇ ਬੈਠ ਕੇ ਕੌਫੀ ਪੀਂਦੇ ਨੇ, ਇਕੱਠੇ ਬਹਿ ਕੇ ਸਰਵੇ ਕਰਦੇ ਨੇ ਤੇ ਇੱਕ ਦੂਜੇ ਦੀ ਹੈਲਪ ਵੀ ਕਰਦੇ ਨੇ। ਇਹ ਜਿਹੜਾ ਵਰਤਾਰਾ ਆ, ਇਹ ਜਿਸ ਤਰ੍ਹਾਂ ਦਾ ਆਪਾਂ ਦੇਖਦੇ ਹਾਂ, ਇਹ ਤੁਸੀਂ ਇਹਨੂੰ ਕੀ ਸਮਝਦੇ ਹੋ? ਕਿਤਾਬ ਤਾਂ ਬੜੀ ਚਰਚਿਤ ਹੈ ਇਹ ਦੌਲਤ ਹੋਰਾਂ ਦੀ, ਤੇ ਮੇਰੇ ਕੋਲ ਹੈ ਪਈ, ਪਰ ਮੈਂ ਹਾਲੇ ਪੜ੍ਹੀ ਨਹੀਂ। ਜਿੱਦਾਂ ਤੁਸੀਂ ਕਹਿ ਰਹੇ ਹੋ, ਤੁਸੀਂ ਵੀ ਨਹੀਂ ਪੜ੍ਹੀ, ਕਈ ਵਾਰੀ ਸਮਾਂ ਨਹੀਂ ਲੱਗਦਾ, ਪਰ ਇੱਦਾਂ ਦੀਆਂ ਜਿਹੜੀਆਂ ਜਾਣਕਾਰੀਆਂ, ਬੜੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਪ੍ਰੋਵਾਈਡ ਕਰਵਾਉਂਦੇ ਨੇ ਉਹੀ ਲੋਕ ਜਿਹੜੇ ਉਸ ਸਿਸਟਮ ਦਾ ਪਾਰਟ ਹੁੰਦੇ ਨੇ, ਤੇ ਪਰ ਦਲੇਰੀ ਕਰਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਦਲੇਰੀ ਹੈ, ਤੇ ਉਹ ਲਾਜ਼ਮੀ ਤੌਰ ਦੇ ਉੱਤੇ ਸਾਨੂੰ ਸਾਰਿਆਂ ਨੂੰ ਉਹਦੇ ਜਿਹੜੇ ਫੈਕਟ ਨੇ ਉਹ ਜ਼ਰੂਰ ਦੇਖਣੇ ਚਾਹੀਦੇ। ਮੈਂ ਕੋਸ਼ਿਸ਼ ਕਰਾਂਗਾ ਵੀ ਉਹ ਕਿਤਾਬ ਪੜ੍ਹੀ ਜਾਵੇ, ਮੇਰੇ ਕੋਲ ਪਈ ਹੈ, ਤੇ ਪੰਜਾਬੀ 'ਚ ਵੀ ਅਨੁਵਾਦ ਉਹ ਕਿਤਾਬ ਹੋਈ ਪਈ ਹੈ।
ਤੇ ਪੰਜਾਬੀ ਚ ਅਨੁਵਾਦ ਵੀ ਸਾਡੀ ਪੰਜਾਬੀ ਟ੍ਰਿਬਿਊਨ ਦੀ ਬਹੁਤ ਹੀ ਸਾਡੇ ਪਰਿਵਾਰਕ ਮੈਂਬਰ ਨੇ ਅਰਵਿੰਦਰ ਕੌਰ ਜੌਹਰ, ਜਿਹੜੇ ਇਸ ਵੇਲੇ ਨਿਊਜ਼ ਐਡੀਟਰ ਨੇ ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਨੇ ਉਹਨੂੰ ਪੰਜਾਬੀ ਚ ਅਨੁਵਾਦ ਕੀਤਾ। ਸੋ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਵੀ ਉਹ ਕਿਤਾਬ ਭੇਜਾਂ। ਤੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹ ਗੱਲ ਠੀਕ ਹੈ ਕਿ ਸਿਸਟਮ ਦੇ ਵਿੱਚ ਬਹੁਤ ਕੁਝ ਏਦਾਂ ਦਾ ਹੁੰਦਾ ਜਿਹੜਾ ਜਿੱਦਾਂ ਤੁਸੀਂ ਵੀ ਕਿਹਾ, ਮੈਂ ਵੀ ਅਕਸਰ ਕਹਿੰਦਾ ਕਿ ਨੰਗੀ ਅੱਖ ਨਾਲ ਸਾਨੂੰ ਨਹੀਂ ਦਿਖਾਈ ਦਿੰਦਾ। ਹੌਲੀ ਹੌਲੀ ਜਦੋਂ ਫਿਰ ਸਿਸਟਮ 'ਚ ਬੈਠੇ ਹੋਏ ਲੋਕ ਜਿਹੜੇ ਆ, ਜਿਹੜੇ ਅੰਦਰੋਂ ਕਿਤੇ ਨਾ ਕਿਤੇ ਜ਼ਮੀਰ ਵਾਲੇ ਲੋਕ ਹੁੰਦੇ ਨੇ, ਉਹਨਾਂ ਦੀ ਜਾਗਦੀ ਜ਼ਮੀਰ ਹੁੰਦੀ ਹੈ, ਪਰ ਇੱਕ ਮਜਬੂਰੀ ਦੇ ਵਿੱਚ ਜਦੋਂ ਸਰਵਿਸ 'ਚ ਹੁੰਦੇ ਨੇ ਉਦੋਂ ਨਹੀਂ ਬੋਲ ਸਕਦੇ, ਪਰ ਸਰਵਿਸ ਤੋਂ ਬਾਅਦ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਜਿਹੜੇ ਉਹਨਾਂ ਕੋਲ ਫੈਕਟ ਹੁੰਦੇ ਨੇ ਉਹਨਾਂ ਨੂੰ ਪੇਸ਼ ਕਰਦੇ ਨੇ। ਸੋ ਦੁਨੀਆ ਭਰ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਖੁਫੀਆ ਏਜੰਸੀਆਂ 'ਚ ਸਰਗਰਮ ਲੋਕ ਤੇ ਜਿਸ ਤਰੀਕੇ ਦੀ ਉਹਨਾਂ ਦੀ ਡਿਊਟੀ ਹੁੰਦੀ ਹੈ ਉਹ ਨਿਭਾਉਂਦੇ ਨੇ, ਪਰ ਕਈ ਵਾਰੀ ਅੰਦਰੋਂ ਜਿਹੜੇ ਆ ਬਹੁਤ ਜ਼ਿਆਦਾ ਤਿੜਕ ਵੀ ਜਾਂਦੇ ਨੇ, ਅੰਦਰੋਂ ਟੁੱਟ ਵੀ ਜਾਂਦੇ ਨੇ, ਤੇ ਫਿਰ ਉਹਨਾਂ ਦੀ ਜਿਹੜੀ ਦਿਲ ਦੀ ਆਵਾਜ਼ ਆ ਉਹ ਬਾਹਰ ਨਿਕਲਦੀ ਹੈ ਏਦਾਂ ਕਿਤਾਬਾਂ ਦੇ ਰੂਪ ਦੇ ਵਿੱਚ। ਤੁਹਾਡੀ ਗੱਲ ਦਰੁਸਤ ਹੈ ਕਿ ਇਹ ਸਾਰੀਆਂ ਗੱਲਾਂ ਕਈ ਵਾਰੀ ਕਿਤਾਬਾਂ 'ਚ ਰਹਿ ਜਾਂਦੀਆਂ, ਪਰ ਬਹੁਤ ਸਾਰੀਆਂ ਕਿਤਾਬਾਂ ਦੇ ਆਧਾਰ ਦੇ ਉੱਤੇ ਡਾਕੂਮੈਂਟਰੀਜ਼ ਵੀ ਬਣੀਆਂ ਹੋਈਆਂ। ਪਰ ਸੰਸਾਰ ਜਿਸ ਪਾਸੇ ਨੂੰ ਜਾ ਰਿਹਾ ਜਾਂ ਜਿਸ ਤਰ੍ਹਾਂ ਦਾ ਸੰਸਾਰ ਭਰ ਦੇ ਉੱਤੇ ਇੱਕ ਕਿਸਮ ਦਾ ਏਕਾ ਅਧਿਕਾਰ ਜਿਹਾ ਬਣਾ ਲਿਆ ਗਿਆ, ਤੇ ਖਾਸ ਤੌਰ ਤੇ ਟੈਕਨੀਕ ਦੀ ਵਰਤੋਂ ਕਰਕੇ ਜਿਵੇਂ ਸਾਰੇ ਮੁਲਕ, ਸਾਰੀ ਦੁਨੀਆ ਨੂੰ ਇੱਕ 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 ਬੰਧਕ ਬਣਾ ਲਿਆ ਗਿਆ, ਜਿਹੜਾ ਕਰੋਨਾ ਦੇ ਹਵਾਲੇ ਨਾਲ ਵੀ ਆਪਾਂ ਗੱਲ ਕਰੀਏ ਤਾਂ ਲੱਗਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਹੁਣ ਕਰ ਸਕਦੇ। ਮਤਲਬ ਸਾਡੀ ਮਰਜ਼ੀ ਨਹੀਂ ਹੈ, ਅਸੀਂ ਸੁਤੰਤਰ ਨਹੀਂ ਹੈ, ਕੋਈ ਵੀ ਸੁਤੰਤਰ ਨਹੀਂ ਹੈ। ਦੁਨੀਆ ਦਾ 750 ਕਰੋੜ ਆਵਾਮ ਹੈ ਜਿਹੜਾ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਇਹਨਾਂ ਨੇ ਨੂੜਿਆ ਹੋਇਆ। ਇਹ ਜੋ ਕਰਦੇ ਨੇ, ਜਿਵੇਂ ਚਾਹੁੰਦੇ ਨੇ ਉਵੇਂ ਸਾਨੂੰ ਕਰਨਾ ਪੈਂਦਾ। ਤੇ ਕਈ ਵਾਰੀ ਇਹ ਵੀ ਹੈ ਕਿ ਸਾਨੂੰ ਅਚੇਤ ਤੌਰ ਤੇ ਕਿਤੇ ਨਾ ਕਿਤੇ ਮਹਿਸੂਸ ਤਾਂ ਹੋ ਰਿਹਾ ਹੁੰਦਾ ਹੈ ਵੀ ਇਹ ਸਾਰਾ ਕੁਝ ਗਲਤ ਹੈ, ਪਰ ਅਸੀਂ ਉਹਦਾ ਪਾਰਟ ਬਣਦੇ ਚਲੇ ਜਾਂਦੇ ਹਾਂ, ਕਿਉਂਕਿ ਇਸ ਤਰੀਕੇ ਨਾਲ ਸਾਡੇ ਤੇ ਇੰਪੋਜ਼ ਕੀਤਾ ਜਾਂਦਾ ਜਿੱਦਾਂ ਕਰੋਨਾ ਆ। ਕਰੋਨਾ ਵਾਇਰਸ ਜਿਹੜਾ ਆ ਇਹ ਵੀ ਇੱਕ ਹਥਿਆਰ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ। ਮੈਂ ਕਹਾਂ ਨਾ ਕਹਾਂ, ਇਹ ਤਾਂ 2018 ਦੇ ਵਿੱਚ ਬਿਲ ਗੇਟਸ ਨੇ ਕਹਿ ਦਿੱਤਾ ਸੀ ਵੀ ਜਿਹੜੀਆਂ ਅਗਲੀਆਂ ਲੜਾਈਆਂ ਦੁਨੀਆ ਭਰ ਦੇ ਵਿੱਚ ਲੜੀਆਂ ਜਾਣੀਆਂ, ਮੁਲਕਾਂ ਦੀਆਂ ਆਪੋ ਵਿੱਚ ਹੀ ਲੜਾਈਆਂ ਜਾਂ ਸੰਸਾਰ ਜੰਗਾਂ, ਉਹ ਹੁਣ ਆ ਜਿਹੜਾ ਇਜ਼ਰਾਈਲ ਜਾਂ ਹਮਾਸ ਦੀ ਆਪਾਂ ਚਰਚਾ ਕੀਤੀ ਹੈ, ਉਹ ਇੱਕ ਖਿੱਤੇ ਦੇ ਵਿੱਚ ਥੋੜਾ ਬਹੁਤ ਇਸ ਕਿਸਮ ਦਾ ਜਿਹੜਾ ਸੰਘਰਸ਼ ਹੈ। ਪਰ ਜਿਹੜੀ ਓਵਰਆਲ ਜਿਹੜੀ ਲੜਾਈ ਆ, ਉਹ ਬਿਲ ਗੇਟਸ ਨੇ ਕਿਹਾ ਸੀ 2018 ਦੇ ਵਿੱਚ, ਉਹ ਵਾਇਰਸ ਦੇ ਨਾਲ ਲੜੀ ਜਾਏਗੀ। ਤੇ 2 ਸਾਲ ਬਾਅਦ ਹੀ ਅਸੀਂ ਦੇਖ ਲਿਆ ਕਿ ਕਿਵੇਂ ਵਾਇਰਸ ਜਿਹੜਾ ਆ ਉਹ ਦੁਨੀਆ ਭਰ ਨੂੰ ਇੱਕ ਬੰਧਕ ਦੇ ਰੂਪ ਦੇ ਵਿੱਚ ਜਿਹੜਾ ਆ ਬਣਾ ਕੇ ਬੈਠਾ ਹੋਇਆ ਇਸ ਵੇਲੇ। ਤੇ ਕਦੋਂ ਕੀ ਕਰਨਾ ਹਾਲੇ ਕੁਝ ਨਹੀਂ ਪਤਾ, ਕਿੰਨੀਆਂ ਹੋਰ ਚਾਲਾਂ ਹਾਲੇ ਪਈਆਂ। ਇਹ ਜਿਹੜੇ ਭੇਤ ਨੇ ਇਹ ਵੀ ਕੋਈ ਨਾ ਕੋਈ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕਿਤਾਬਾਂ ਦੇ ਰੂਪ ਦੇ ਵਿੱਚ ਜਿਹੜਾ ਇਹਨਾਂ ਦਾ ਹਿੱਸਾ ਰਿਹਾ ਹੋਏਗਾ, ਉਹੀ ਖੋਲੇਗਾ, ਤਾਂ ਹੀ ਦੁਨੀਆ ਨੂੰ ਪਤਾ ਲੱਗੇਗਾ। ਦਸਾਂਝ ਸਾਹਿਬ, ਜਿਹੜਾ ਯੂਕੇ ਆ, ਇੰਗਲੈਂਡ, ਉੱਥੇ ਕਾਫੀ ਓਪਨ ਕੀਤਾ ਜਾ ਰਿਹਾ, ਪੱਬ ਵਗੈਰਾ ਖੋਲ੍ਹ ਰਹੇ ਨੇ, ਪਰ ਉਹਨਾਂ ਨਾਲ ਦੀ ਨਾਲ ਅਲਰਟ ਕੀਤਾ ਹੈ ਦੁਨੀਆ ਨੂੰ ਕਿ ਜਿਹੜਾ ਇੰਡੀਆ ਦੇ ਵਿੱਚ ਵੇਰੀਐਂਟ ਨਵਾਂ ਆਇਆ ਸੀ ਜਿਹਨੂੰ B.1.6172 ਦਾ ਨਾਂ ਦਿੱਤਾ ਹੈ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ, ਡਬਲ ਵੇਰੀਐਂਟ ਸੀਗਾ ਕੋਈ, ਉਹ ਬਹੁਤ ਹੀ ਡੇਂਜਰਸ ਹੈ। ਤੇ ਦੁਨੀਆ ਨੂੰ ਉਹਨਾਂ ਨੇ ਚੇਤਨ ਕੀਤਾ ਹੈ ਕਿ ਉਸ ਵੇਰੀਐਂਟ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਜਿਹੜੇ ਕਰਨੇ ਚਾਹੀਦੇ ਨੇ। ਇਹਨੂੰ ਲੈ ਕੇ ਕੈਨੇਡਾ ਵਿੱਚ ਵੀ ਕਾਫੀ ਚਿੰਤਾ ਦਾ ਮਾਹੌਲ ਜਿਹੜਾ ਸਰਕਾਰੀ ਪੱਧਰ 'ਤੇ ਪਾਇਆ ਜਾ ਰਿਹਾ। ਤੇ ਜਿਹੜੀਆਂ ਉਡਾਨਾਂ ਖੋਲ੍ਹਣ ਦੀ ਕੋਈ ਗੱਲ ਕਰਦੇ ਸੀਗੇ, ਹੁਣ 2 ਜੂਨ ਤੱਕ ਉਹ ਫਿਰ ਜਿਹੜੀਆਂ ਭਾਰਤ ਤੇ ਪਾਕਿਸਤਾਨ ਤੱਕ ਜਿਹੜੀਆਂ ਏਅਰਲਾਈਨ ਦੀਆਂ ਸਰਵਿਸਿਜ਼ ਨੇ ਉਹ ਬੰਦ ਹੀ ਰਹਿਣਗੀਆਂ। ਭਾਰਤ ਤੋਂ ਆਉਣਾ ਜਾਣਾ ਜਿਹੜਾ ਉਹ ਮਨ੍ਹਾ ਕੀਤਾ ਹੋਇਆ, ਦੁਨੀਆ ਭਰ ਨੇ ਮਨ੍ਹਾ ਕੀਤਾ ਹੋਇਆ। ਖਾਸ ਕਰਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਹੁਣ ਬਿਲਕੁਲ ਸ਼ਾਂਤੀ ਆ, ਕੋਈ ਵੀ ਕੇਸ ਨਹੀਂ ਆ, ਉਹਨਾਂ ਨੇ ਬੜੀ ਸਖਤੀ ਨਾਲ ਇਹ 'ਤੇ ਅਮਲ ਕੀਤਾ। ਤੇ ਉਹ ਕੈਨੇਡਾ ਵਿੱਚ ਵੀ ਕਾਫੀ ਜ਼ਿਆਦਾ ਹੁਣ ਜਿਹੜਾ ਮੋੜਾ ਪਿਆ ਆ, ਕਾਫੀ ਵੈਕਸੀਨ ਮਿਲ ਰਹੀ ਆ। ਪਰ ਜਿਹੜਾ ਯੂਕੇ ਦਾ ਇਹ ਕਹਿਣਾ ਕਿ ਉਸ ਜਿਹੜਾ ਵੇਰੀਐਂਟ ਹੈ ਉਹਦੇ ਤੋਂ ਦੁਨੀਆ ਨੂੰ ਸੁਚੇਤ ਕੀਤਾ, ਉਹ ਤੁਸੀਂ ਕਿਸ ਤਰ੍ਹਾਂ ਖਬਰ ਲੈਂਦੇ ਹੋ? ਦੇਖੋ, ਮੁਲਕਾਂ ਦੀ ਆਪੋ ਆਪਣੀ ਪਾਲਿਸੀ ਹੁੰਦੀ ਹੈ, ਠੀਕ ਹੈ। ਇੰਗਲੈਂਡ ਨੇ, ਬਰਤਾਨੀਆ ਨੇ ਹੁਣ ਆਪਣੇ ਆਪ ਨੂੰ ਟੋਟਲ ਓਪਨ ਕਰ ਲਿਆ, ਤੇ ਏਦਾਂ ਹੀ ਬਾਕੀ ਕੁਝ ਮੁਲਕ ਨੇ ਹੌਲੀ ਹੌਲੀ ਜਿਹੜੇ ਆ ਉਹ ਅਨਲੌਕ ਹੁੰਦੇ ਜਾ ਰਹੇ ਨੇ। ਅਮਰੀਕਾ ਨੇ ਵੀ ਕਾਫੀ ਹੱਦ ਤੱਕ ਜਿਹੜਾ ਅੱਗੇ ਨਾਲੋਂ ਬਿਹਤਰ ਜਿਹੜਾ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਈਵਨ ਜਿਨ੍ਹਾਂ ਦੀ ਡਬਲ ਡੋਜ਼ ਲੱਗ ਚੁੱਕੀ ਹੈ, ਮੇਰੇ ਖਿਆਲ 36, 37, 48, 40% ਜਿਹੜਾ ਅਮਰੀਕਾ 'ਚ ਡਬਲ ਡੋਜ਼ ਲੱਗ ਚੁੱਕੀ ਹੈ, ਤੇ ਉਹਨਾਂ ਨੇ ਮੇਰੇ ਖਿਆਲ ਮਾਸਕ ਤੋਂ ਵੀ ਕਾਫੀ ਹੱਦ ਤੱਕ ਬਹੁਤ ਸਾਰੇ ਥਾਵਾਂ ਤੇ
ਛੋਟ ਦੇ ਦਿੱਤੀ ਹੈ। ਸੋ ਦੁਨੀਆ ਹੌਲੀ ਹੌਲੀ ਅਨਲੌਕ ਵੱਲ ਵੱਧ ਰਹੀ ਹੈ, ਪਰ ਭਾਰਤ ਦੀ ਹਾਲਤ ਉਹਦੇ ਮੁਕਾਬਲੇ ਜਿਹੜੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੈ। ਤੇ ਭਾਰਤ ਉਹ ਸਮਾਂ ਸੀ ਜਦੋਂ ਦੁਨੀਆ ਜਿਹੜੀ ਬਹੁਤ ਬੜੀ ਮੁਸ਼ਕਲ ਦੇ ਦੌਰ ਚੋਂ ਗੁਜ਼ਰ ਰਹੀ ਸੀ, ਚਾਹੇ ਉਹ ਬਰਤਾਨੀਆ ਜਾਂ ਅਮਰੀਕਾ ਜਾਂ ਬਾਕੀ ਮੁਲਕ, ਤੇ ਭਾਰਤ ਉਦੋਂ ਕੱਛਾਂ ਵਜਾ ਰਿਹਾ ਸੀ ਇਹ ਕਹਿ ਕੇ ਕਿ ਅਸੀਂ ਜਿਹੜਾ ਕਰੋਨਾ ਦੀ ਜੰਗ ਜਿੱਤ ਲਈ ਹੈ। ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੈਂ ਕੱਲ ਹੀ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਮਹਾਭਾਰਤ ਦੀ ਜਿਹੜੀ ਜੰਗ ਹੈ ਉਹ 18 ਦਿਨਾਂ ਚ ਜਿੱਤ ਲਈ ਗਈ ਸੀ, ਮਹਾਭਾਰਤ ਦੀ ਜੰਗ। ਤੇ ਜਿਹੜੀ ਕਰੋਨਾ ਦੇ ਵਿਰੁੱਧ ਜੰਗ ਆ ਅਸੀਂ 21 ਦਿਨਾਂ ਚ ਜਿੱਤ ਲਾਂਗੇ, ਬਸ 21 ਦਿਨ ਚਾਹੀਦੇ ਆ, ਇਹ ਕਿਹਾ ਸੀ ਨਰਿੰਦਰ ਮੋਦੀ ਨੇ। ਤੇ ਉਸ ਤੋਂ ਬਾਅਦ ਫਿਰ ਝੂਠਾ ਸੱਚਾ ਪ੍ਰਚਾਰ ਕੀਤਾ ਗਿਆ, ਕੱਛਾਂ ਵਜਾਈਆਂ ਗਈਆਂ ਕਿ ਅਸੀਂ ਦੇਖੋ ਦੁਨੀਆ ਨੂੰ ਰਸਤਾ ਦਿਖਾ ਦਿੱਤਾ, ਭਾਰਤ ਨੇ ਕਰੋਨਾ ਹਰਾ ਦਿੱਤਾ ਹੈ। ਤੇ ਉਹ ਸਾਡਾ ਰਿਲੈਕਸੇਸ਼ਨ ਦਾ ਦੌਰ ਸੀ। ਤੇ ਪਰ ਅੱਜ ਸਾਡਾ ਦੌਰ ਜਿਸ ਕਿਸਮ ਦਾ ਉਹਦੀ ਜਿਹੜੀ ਜਵਾਬਦੇਹੀ ਪ੍ਰਧਾਨ ਮੰਤਰੀ ਕੋਲ ਨਹੀਂ ਹੈ, ਪ੍ਰਧਾਨ ਮੰਤਰੀ ਉਹਦਾ ਜਵਾਬ ਨਹੀਂ ਦੇਣਾ ਚਾਹੁੰਦੇ। ਤੇ ਅੱਜ ਹਾਲਾਤ ਜਿਹੜੇ ਜਿਸ ਕਿਸਮ ਦੇ ਉਹ ਤੋਂ ਦੁਨੀਆ ਡਰੀ ਹੋਈ ਹੈ। ਦੇਖੋ ਮੈਂ ਤੁਹਾਨੂੰ ਦੱਸਿਆ ਕਿ ਗੇਮ ਤਾਂ ਇਹਦੇ ਪਿੱਛੇ ਵੱਡੀ ਵਰਲਡ ਕਾਰਪੋਰੇਟ ਦੀ ਹੈ, ਪਰ ਦੁਨੀਆ ਦੀਆਂ ਗਵਰਨਮੈਂਟਸ ਵੀ ਜਿਹੜੀਆਂ ਆ ਉਹਨਾਂ ਦੇ ਇਸ਼ਾਰੇ ਤੇ ਚੱਲਦੀਆਂ, ਪਰ ਫਿਰ ਵੀ ਆਮ ਲੋਕਾਂ ਨੂੰ ਜਿਹੜੇ ਸਧਾਰਨ ਜਿਹੜੇ ਤੁਹਾਡੇ ਮੁਲਕ ਦੇ ਲੋਕ ਹੁੰਦੇ ਆ, ਜਿਹੜੇ ਥੱਲੇ ਤੱਕ ਜਿਹੜੇ ਲੋਕ ਕਿਵੇਂ ਸੋਚਦੇ, ਉਹਨਾਂ ਦੀ ਸੋਚ ਨੂੰ ਕਿਵੇਂ ਤੁਸੀਂ ਆਪਣੇ ਢੰਗ ਦੇ ਨਾਲ ਡਿਜ਼ਾਈਨ ਕਰਨਾ ਹੈ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਹਦਾਇਤਨਾਮੇ ਜਾਰੀ ਕਰਨੇ ਆ ਜਾਂ ਕੀ ਕਹਿਣਾ ਆ, ਇਹ ਉੱਥੋਂ ਦੀਆਂ ਸਰਕਾਰਾਂ ਤੈਅ ਕਰਿਆ ਕਰਦੀਆਂ। ਸੋ ਇਸ ਕਰਕੇ ਭਾਰਤ ਦੀ ਗੰਭੀਰ ਹਾਲਤ ਨੂੰ ਦੇਖ ਕੇ ਇੱਕ ਜਿਹੜਾ ਡਰ ਹੈ ਦੁਨੀਆ ਭਰ ਦੇ ਆਮ ਲੋਕਾਂ ਦੇ ਵਿੱਚ, ਸਰਕਾਰਾਂ 'ਚ ਨਹੀਂ, ਦੁਨੀਆ ਦੇ ਜਿਹੜੇ ਲੋਕ ਨੇ ਵੱਖ-ਵੱਖ ਮੁਲਕਾਂ ਦੇ, ਉਸ ਡਰ ਨੂੰ ਧਿਆਨ 'ਚ ਰੱਖਦੇ ਆ ਵੱਖ-ਵੱਖ ਮੁਲਕਾਂ ਨੇ ਡਬਲ ਵੇਰੀਐਂਟ ਕਹਿ ਲਓ ਜਾਂ ਕਹਿ ਲਓ ਨਿਊ ਵੇਰੀਐਂਟ ਜਾਂ ਇੰਡੀਅਨ ਵੇਰੀਐਂਟ, ਈਵਨ ਇੱਥੇ ਭਾਰਤ ਦੇ ਵਿੱਚ ਤਾਂ ਬੜਾ ਰੌਲਾ ਚੱਲ ਰਿਹਾ ਹੈ, ਉਹਨੂੰ ਕਈ ਲੋਕ ਤਾਂ ਮੋਦੀ ਵੇਰੀਐਂਟ ਵੀ ਕਹੀ ਜਾਂਦੇ ਆ। ਸੋ ਇਹ ਵੇਰੀਐਂਟ ਦਾ ਇੱਕ ਖੌਫ ਜਿਹਾ ਜਿਹੜਾ ਇੱਕ ਪੈਦਾ ਹੋ ਗਿਆ ਵੀ ਇਹ ਤਾਂ ਡਬਲ ਇੰਜਨ ਵੇਰੀਐਂਟ ਹੈ, ਉਹਦੇ ਤੇ ਸੁਚੇਤ ਕੀਤਾ ਉਹਨਾਂ ਨੇ ਆਪਣੇ ਲੋਕਾਂ ਨੂੰ, ਤੇ ਨਾਲ ਉਹਨਾਂ ਨੇ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਵਗੈਰਾ ਉਹਨਾਂ ਤੇ ਰੋਕ ਵੀ ਲਾਈ ਹੈ। ਸੋ ਹੋਪਫੁਲੀ ਮੈਨੂੰ ਲੱਗਦਾ ਵੀ ਛੇਤੀ ਸਾਰਾ ਕੁਝ ਠੀਕ ਹੋਵੇ, ਇਸ ਗੱਲ ਦੀਆਂ ਤਾਂ ਅਸੀਂ ਉਮੀਦਾਂ ਹੀ ਕਰ ਸਕਦੇ ਹਾਂ, ਪਰ ਅਲਟੀਮੇਟਲੀ ਫਿਰ ਵੀ ਭਾਰਤ ਦੇ ਹਾਲਾਤ ਜਿਹੜੇ ਆ ਕੋਈ ਬਹੁਤ ਚੰਗੇ ਨਹੀਂ ਆ, ਕਿ ਇੱਥੇ ਬਹੁਤੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਵੱਧ ਇੰਤਜ਼ਾਮੀਆਂ ਕਰਕੇ ਪੈਦਾ ਹੋਈਆਂ। ਕਰੋਨਾ ਵਾਇਰਸ ਨੇ ਜਿੰਨਾ ਨੁਕਸਾਨ ਕੀਤਾ ਉਹਦੇ ਨਾਲੋਂ ਜ਼ਿਆਦਾ ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਸਾਡੇ ਕੋਲ ਸਿਸਟਮ ਦਾ ਫੇਲਿਅਰ ਹੈ ਜਾਂ ਵੱਧ ਇੰਤਜ਼ਾਮੀਆ, ਉਹਨੇ ਜ਼ਿਆਦਾ ਨੁਕਸਾਨ ਕੀਤਾ ਹੈ। ਤੇ ਦੁਨੀਆ ਇਹਨੂੰ ਸ਼ਾਇਦ ਇੰਡੀਅਨ ਵੇਰੀਐਂਟ ਕਹਿ ਰਹੀ ਹੈ ਜੀ। ਦਸਾਂਝ ਸਾਹਿਬ, ਚਲੋ ਜਿਹੜੀ ਇਹ ਮਹਾਂਮਾਰੀ ਵਾਲਾ ਦੌਰ ਹੈ ਇਹ ਤੇ ਹੌਲੀ ਹੌਲੀ ਨਿਕਲ ਜਾਏਗਾ। ਜਿਹੜੇ ਵਿਅਕਤੀ ਆਪਣੇ ਜਾਨ ਤੋਂ ਹੱਥ ਧੋ ਬੈਠੇ ਉਹਨਾਂ ਕਦੀ ਵਾਪਸ ਨਹੀਂ ਆਉਣਾ, ਉਹਨਾਂ ਦੇ ਪਰਿਵਾਰਾਂ ਦਾ ਦੁੱਖ ਜਿਹੜਾ ਵਾ ਉਹ ਬਹੁਤ ਵੱਡਾ ਦੁੱਖ ਹੈ। ਪਰ ਦੂਜੇ ਪਾਸੇ ਜਿਹੜੀ ਮੋਦੀ ਸਰਕਾਰ ਹੈ ਉਹ ਜਿਸ ਤਰ੍ਹਾਂ ਹਰ ਮੋਰਚੇ ਦੇ ਉੱਤੇ ਫੇਲ ਹੋ ਰਹੀ ਆ, ਤੇ ਬਾਰ-ਬਾਰ ਰਿਜ਼ਰਵ ਬੈਂਕ ਕੋਲੋਂ ਜਿਹੜਾ ਰਿਜ਼ਰਵ ਪੈਸਾ ਹੁੰਦਾ ਉਹ ਬਾਹਰ ਕਢਾਈ ਜਾ ਰਹੀ ਆ। ਹੁਣ ਫੇਰ ਖਬਰ ਆ ਰਹੀ ਆ ਕਿ ਉਹਨਾਂ ਨੇ 99,122 ਕਰੋੜ ਰੁਪਈਆ ਫੇਰ ਕਢਾ ਲਿਆ, ਪਿੱਛੇ ਵੀ ਕਢਾਇਆ ਸੀਗਾ। ਤੇ ਬੈਂਕ, ਰਿਜ਼ਰਵ ਬੈਂਕ ਨੂੰ ਇੱਕ ਕਿਸਮ ਦਾ ਕੰਗਾਲ ਕਰਨ ਦੇਣ ਵਾਲੀ ਜਿਹੜੀ ਇਹ ਨੌਬਤ ਹੈ ਉਹ ਆ ਗਈ ਆ। ਪਹਿਲਾਂ ਵੀ ਜਿਹੜੀਆਂ ਬਾਕੀ ਸੰਵਿਧਾਨਕ ਸੰਸਥਾਵਾਂ ਨੇ ਇੱਕ ਇੱਕ ਕਰਕੇ ਉਹ ਤਬਾਹ ਹੋ ਗਈਆਂ ਨੇ। ਤੇ ਬੰਗਲਾਦੇਸ਼ ਵਰਗਾ ਨਿੱਕਾ ਜਿਹਾ ਮੁਲਕ ਜਿਹੜਾ 1971 'ਚ ਖੁਦ ਭਾਰਤ ਨੇ ਹੀ ਬਣਵਾਇਆ ਸੀਗਾ, ਉਹ ਭਾਰਤ ਨਾਲੋਂ ਹਰ ਖੇਤਰ 'ਚ ਅੱਗੇ ਵੱਧ ਗਿਆ। ਪ੍ਰਤੀ ਵਿਅਕਤੀ ਇਨਕਮ ਉਹਨਾਂ ਦੀ ਸਾਡੇ ਤੋਂ ਜ਼ਿਆਦਾ ਹੋ ਗਈ ਆ। ਜਿਹੜੀ ਉਹਨਾਂ ਦੀ ਵਿਕਾਸ ਦੀ ਦਰ ਆ GDP ਵਗੈਰਾ ਉਹ 9% ਉੱਪਰ ਜਾ ਰਹੀ ਆ, ਭਾਰਤ ਨੈਗੇਟਿਵ 'ਤੇ ਚੱਲ ਰਿਹਾ ਆ। ਤੇ ਇਹਦੀ ਚਿੰਤਾ ਕੋਈ ਵੀ ਜਿਹੜੀ ਆ ਉਹ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਪਰ ਜਿਹੜੇ ਸਰਕਾਰ ਦੇ ਸਮਰਥਕ ਨੇ ਉਹ ਲਗਾਤਾਰ ਇਹੀ ਕਹਿ ਜਾ ਰਹੇ ਨੇ ਕਿ ਮੋਦੀ ਸਾਹਿਬ ਨੇ ਦੇਸ਼ ਲਈ ਬਹੁਤ ਚੰਗਾ ਕਰ ਦਿੱਤਾ। ਜਿਵੇਂ ਨਾਅਰਾ ਘੜਿਆ ਗਿਆ ਸੀਗਾ, ਘਰ ਘਰ ਮੋਦੀ, ਹਰ ਹਰ ਮੋਦੀ, ਤੇ ਮੋਦੀ ਹੈ ਤੇ ਮੁਮਕਿਨ ਹੈ। ਯਾਨੀ ਕਿ ਇੱਕ ਵਿਅਕਤੀ ਨੂੰ ਲੋਕਾਂ ਨੇ ਇੰਨਾ ਉੱਚਾ ਚੁੱਕ ਦਿੱਤਾ, ਉਹਦੀ ਕਾਬਲੀਅਤ ਵੇਖਣ ਤੋਂ ਬਗੈਰ, ਉਹਦਾ ਪਿਛਲੇ 5 ਸਾਲ ਦਾ ਜਿਹੜਾ ਰਿਪੋਰਟ ਕਾਰਡ ਉਹ ਵੀ ਨਹੀਂ ਵੇਖਿਆ, ਤੇ ਦੂਜੀ ਵਾਰ ਬਹੁਤ ਭਾਰੀ ਬਹੁ ਗਿਣਤੀ ਨਾਲ ਜਿਤਾ ਦਿੱਤਾ। ਤੇ ਉਹਦਾ ਜਿਹੜਾ ਭਾਰਤ ਨੂੰ ਨੁਕਸਾਨ ਹੋ ਰਿਹਾ, ਤੇ ਆਉਣ ਵਾਲੇ ਸਮੇਂ 'ਚ ਜਿਹੜੇ ਦੇ ਸਿੱਟੇ ਭੁਗਤਣੇ ਨੇ ਉਹਦੇ ਲਈ ਦੁਨੀਆ ਤੇ ਦੇਖ ਰਹੀ ਆ। ਪਰ ਭਾਰਤ ਦੇ ਅੰਦਰੋਂ ਉਸ ਤਰ੍ਹਾਂ ਦੀਆਂ ਆਵਾਜ਼ਾਂ ਨਹੀਂ ਉੱਠ ਰਹੀਆਂ। ਇੱਕਾ ਦੁੱਕਾ ਚੇਤਨ ਲੋਕ ਜਿਹੜੇ ਨੇ ਉਹ ਗੱਲ ਕਰਦੇ ਨੇ,
ਪਰ ਉਹਨਾਂ ਨੂੰ ਇਹ ਕਹਿ ਕੇ ਦਬਾ ਦਿੱਤਾ ਜਾਂਦਾ ਹੈ ਕਿ ਇਹ ਜਿਹੜੇ ਨੇ ਅਰਬਨ ਨਕਸਲਾਈਟ ਨੇ, ਇਹ ਖੱਬੇ ਪੱਖੀ ਨੇ, ਇਹ ਸਰਕਾਰ ਦੇ ਵਿਰੋਧੀ ਨੇ, ਸਰਕਾਰ ਨੇ ਤੇ ਬਹੁਤ ਕੁਝ ਕਰ ਦਿੱਤਾ, ਪਰ ਗਿਣਾਉਣ ਨੂੰ ਉਹਨਾਂ ਕੋਲ ਕੋਈ ਇੱਕ ਚੀਜ਼ ਵੀ ਨਹੀਂ ਹੈ ਜਿਹੜੀ ਉਹਨਾਂ ਕਰ ਦਿੱਤੀ ਹੋਵੇ ਜੀ। देखो मोदी है तो मुमकिन है ਜਾਂ कह लो भी ਹਰ ਹਰ ਮੋਦੀ ਜਾਂ ਘਰ ਘਰ ਮੋਦੀ ਵਰਗੇ ਜਿਹੜੇ ਜੁਮਲੇ ਨੇ ਉਹਨਾਂ ਦੇ ਜਿਹੜੇ ਭਗਤ ਨੇ ਜਾਂ ਜਿਹੜਾ ਉਹਨਾਂ ਦਾ ਆਈਟੀ ਸੈੱਲ ਆ ਉਹਨਾਂ ਨੂੰ ਕਹਿ ਲਓ ਇੱਕ ਕਿਸਮ ਦਾ ਇੱਕ ਏਜੰਡੇ ਦੇ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ ਹੈ ਕਿ ਤੁਸੀਂ ਲਗਾਤਾਰ ਇਹਦਾ ਪ੍ਰਚਾਰ ਕਰਨਾ ਹੈ ਤੇ ਸੋਸ਼ਲ ਮੀਡੀਆ ਤੇ ਉਹ ਪ੍ਰਚਾਰ ਬੜਾ ਕਹਿ ਲਓ ਵੀ ਹਾਵੀ ਰਹਿੰਦਾ ਹੈ ਤੇ ਸਾਨੂੰ ਇਹ ਲੱਗਦਾ ਕਿ ਖਬਰੇ ਹਰ ਪਾਸੇ ਜਿਹੜੀ ਮੋਦੀ ਦੀ ਜੈ ਜੈਕਾਰ ਹੈ। ਰਿਐਲਿਟੀ ਇਹ ਨਹੀਂ ਹੈ। ਰਿਐਲਿਟੀ ਇਹ ਹੈ ਕਿ ਲੋਕ ਸਮਝਣ ਲੱਗ ਪਏ ਨੇ ਕਿ ਮੋਦੀ ਹੈ ਤਾਂ ਤਬਾਹੀ ਹੈ, ਸੱਚਮੁੱਚ ਹੀ ਤਬਾਹੀ ਹੈ। ਮਤਲਬ ਤੁਸੀਂ ਭਾਰਤੀ ਰਿਜ਼ਰਵ ਬੈਂਕ ਦਾ ਜ਼ਿਕਰ ਕੀਤਾ, ਮਤਲਬ ਆਰਬੀਆਈ, ਉਹਦਾ ਨਾਂ ਜਿਹੜਾ ਰਿਜ਼ਰਵ ਬੈਂਕ ਹੈ ਤੇ ਹੁਣ ਉਹਦਾ ਨਾਂ ਹੀ ਰਹਿ ਗਿਆ ਰਿਜ਼ਰਵ ਬੈਂਕ। ਰਿਜ਼ਰਵ ਉਹਦੇ ਕੋਲ ਕੁਝ ਰਹਿਣ ਨਹੀਂ ਦਿੱਤਾ ਗਿਆ। 3.5 ਲੱਖ ਕਰੋੜ ਰੁਪਈਆ ਤਾਂ ਪਹਿਲੇ ਕਢਾ ਲਿਆ ਜਿਹੜਾ ਉਹਨਾਂ ਕੋਲ ਸੀ, ਜਿਹੜਾ ਉਹਨਾਂ ਨੇ ਰਿਜ਼ਰਵ ਰੱਖਿਆ ਸੀ। ਰਿਜ਼ਰਵ ਕਿਉਂ ਚੀਜ਼ਾਂ ਕੋਈ ਰੱਖੀਆਂ ਜਾਂਦੀਆਂ? ਇਸ ਕਰਕੇ ਰੱਖੀਆਂ ਜਾਂਦੀਆਂ ਕਿ ਔਖ ਵੇਲੇ ਕੰਮ ਕਿਤੇ ਨਾ ਕਿਤੇ ਆਉਣ। ਪਰ ਜਿਹੜੀ ਔਖ ਹੈ ਉਹ ਸਰਕਾਰ ਦੀ ਔਖ ਦੇ ਤੌਰ ਤੇ ਇਹਨੂੰ ਦੇਖਿਆ ਜਾ ਰਿਹਾ, ਲੋਕਾਂ ਦੀ ਔਖ ਲਈ ਨਹੀਂ ਉਹ ਵਰਤਿਆ ਜਾ ਰਿਹਾ। ਕੀ 3.5 ਲੱਖ ਕਰੋੜ ਜਿਹੜਾ ਲਿਆ ਗਿਆ ਸੀ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਤੋਂ, ਉਹਨੂੰ ਕੀ ਭਾਰਤੀ ਆਵਾਮ ਲਈ ਵਰਤਿਆ ਗਿਆ, ਜਾਂ ਅਸੀਂ ਉਲਟੇ ਕੀਤਾ ਹੈ ਕਿ ਜਿਹੜੇ ਪਾਪੀ ਨੇ ਸਾਡੇ ਮੁਲਕ ਦੇ ਜਾਂ ਵੱਡੇ ਜਿਹੜੇ ਕਰਜ਼ਦਾਰ ਨੇ ਸਾਡੇ ਮੁਲਕ ਦੇ, ਜਿਨ੍ਹਾਂ ਨੇ ਬੈਂਕਾਂ ਤੋਂ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਜਿਹੜਾ ਲਿਆ ਕਰਜ਼ੇ ਦੇ ਰੂਪ ਦੇ ਵਿੱਚ, ਉਹਨਾਂ ਨੂੰ ਰਾਈਟ ਆਫ ਕੀਤਾ। ਹੁਣ ਵੀ 1 ਲੱਖ ਕਰੋੜ ਦੇ ਨੇੜੇ ਤੇੜੇ 99,000 ਤੋਂ ਜ਼ਿਆਦਾ ਕਰੋੜ ਰੁਪਈਆ ਯਾਨੀ 1 ਲੱਖ ਕਰੋੜ ਰੁਪਈਆ ਹੋ ਗਿਆ ਜਿਹੜਾ ਲਾਸਟ ਆਪਸ਼ਨ ਦੇ ਤੌਰ ਤੇ ਭਾਰਤੀ ਰਿਜ਼ਰਵ ਬੈਂਕ ਕੋਲ ਪਿਆ ਸੀ, ਉਹ ਵੀ ਕਢਵਾ ਲਿਆ, ਉੱਤੇ ਮਨਜ਼ੂਰੀ ਲੈ ਲਈ ਹੈ। ਤੇ ਇਨ ਵਿੱਚ ਵੀ ਜਿਹੜਾ ਅਰਬਾਂ ਰੁਪਈਆ ਜਿਹੜਾ ਪੀਐਮ ਕੇਅਰ ਫੰਡ ਦੇ ਵਿੱਚ ਇਕੱਠਾ ਕੀਤਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਸੋ ਇਹ ਤਾਂ ਪੂਰੀ ਤਰ੍ਹਾਂ ਤਬਾਹੀ ਹੈ ਸਾਡੇ ਮੁਲਕ ਦੀ। ਤੇ ਇਸ ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਖਬਰੇ ਵੀ ਲੋਕ ਨਹੀਂ ਸ਼ਾਇਦ ਹਾਲੇ ਇਹ ਸਾਰੀਆਂ ਚੀਜ਼ਾਂ ਦੇਖ ਰਹੇ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ 5 ਸੂਬਿਆਂ ਦੀ ਇਲੈਕਸ਼ਨ ਦੇ ਨਤੀਜੇ ਨੇ ਤੇ ਉਸ ਤੋਂ ਬਾਅਦ ਜਿਵੇਂ ਉੱਤਰ ਪ੍ਰਦੇਸ਼ ਦੇ ਪੰਚਾਇਤੀ ਚੋਣਾਂ ਦੇ ਨਤੀਜੇ ਨੇ, ਤਾਂ ਜਿਵੇਂ ਕੁਝ ਹੋਰ ਖਬਰਾਂ ਆ ਰਹੀਆਂ ਉਹ ਤਾਂ ਇਹੀ ਦੱਸਦੀਆਂ ਕਿ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੜ੍ਹਤ ਦਾ ਦੌਰ ਸੀ ਉਹ ਖਤਮ ਹੋ ਗਿਆ ਤੇ ਉਹ ਪਤਨ ਵੱਲ ਆ ਰਹੇ ਨੇ। ਨਤੀਜੇ ਤਾਂ ਇਹੀ ਦੱਸਦੇ ਨੇ, ਪ੍ਰੈਕਟੀਕਲੀ ਤਾਂ ਇਹੀ ਹੁੰਦਾ ਦਿਖਾਈ ਦੇ ਰਿਹਾ। ਫਿਰ ਇਹ ਮੈਂ ਨਹੀਂ ਕਹਿ ਰਿਹਾ, ਇਹ ਬਕਾਇਦਾ ਇੱਕ ਭਾਰਤ ਦੀ ਏਜੰਸੀ ਵੀ ਜਿਹੜੀ ਕਿਸੇ ਵੇਲੇ ਨਰਿੰਦਰ ਮੋਦੀ ਨੂੰ ਬਹੁਤ ਤਾਕਤਵਰ ਇੱਕ ਸਿਆਸੀ ਆਗੂ ਦੇ ਤੌਰ ਦੇ ਉੱਤੇ ਪੇਸ਼ ਕਰਦੀ ਰਹੀ ਹੈ, ਤੇ ਇੱਕ ਇੰਟਰਨੈਸ਼ਨਲ ਗਲੋਬਲ ਏਜੰਸੀ ਵੀ, ਉਹਨਾਂ ਨੇ ਸਾਂਝੇ ਤੌਰ ਤੇ ਇੱਕ ਸਰਵੇ ਕੀਤਾ ਇਹਨਾਂ ਦਿਨਾਂ ਦੇ ਵਿੱਚ, ਜਿਹਨਾਂ ਨੇ ਦੱਸਿਆ ਕਿ ਨਰਿੰਦਰ ਮੋਦੀ ਦੀ ਰੇਟਿੰਗ ਦੇ ਵਿੱਚ ਬਹੁਤ ਭਾਰੀ ਗਿਰਾਵਟ ਹੈ, 65% ਤੋਂ 37% ਤੱਕ ਆ ਗਈ ਹੈ। ਤਾਂ ਚੀਜ਼ਾਂ ਬਦਲ ਰਹੀਆਂ। ਪਰ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਆਈਟੀ ਸੈੱਲ ਤੇ ਕੁਝ ਜਿਹੜੇ ਅੰਧ ਭਗਤ ਨੇ ਜਿਹੜੇ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਤੇ, ਉਹ ਹਾਲੇ ਵੀ ਐਵੇਂ ਪੇਸ਼ ਕਰ ਰਹੇ ਨੇ ਵੀ ਜਿਵੇਂ ਸ਼ਾਇਦ ਮੋਦੀ ਜਾਂ ਹੋਰ ਕੁਝ ਨਹੀਂ ਹੈ ਮੁਲਕ ਦੇ ਵਿੱਚ। ਮੁਲਕ 'ਚ ਚੀਜ਼ਾਂ ਬਦਲ ਰਹੀਆਂ ਨੇ, ਰਿਐਲਿਟੀ ਇਹੀ ਹੈ। ਤੇ ਉਹ ਚੀਜ਼ਾਂ ਬਦਲਦੀਆਂ ਉਦੋਂ ਸਾਨੂੰ ਦਿਖਾਈ ਦਿੰਦੀਆਂ ਜਦੋਂ ਕਿਤੇ ਇਲੈਕਸ਼ਨ ਦੇ ਨਤੀਜੇ ਸਾਡੇ ਸਾਹਮਣੇ ਆਉਂਦੇ ਨੇ, ਉੱਦਾਂ ਸ਼ਾਇਦ ਉਹ ਘੱਟ ਦਿਖਾਈ ਦਿੰਦੀਆਂ। ਇਲੈਕਸ਼ਨ ਦੇ ਨਤੀਜੇ ਆਉਣ ਤੋਂ ਪਹਿਲਾਂ ਤਾਂ ਇਹ ਦਿਖਾਈ ਦੇ ਰਿਹਾ ਸੀ ਵੀ ਪੱਛਮੀ ਬੰਗਾਲ ਦੇ ਵਿੱਚ ਤਾਂ ਮਮਤਾ ਬੈਨਰਜੀ ਕਿਤੇ ਨਹੀਂ ਹੈ। 200 ਤੋਂ ਜ਼ਿਆਦਾ ਸੀਟਾਂ ਜਿਹੜੀਆਂ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਾਂ ਉਹਨਾਂ ਦੀ ਲੀਡਰਸ਼ਿਪ 'ਚ ਬੀਜੇਪੀ ਜਿੱਤ ਰਹੀ ਹੈ। ਪਰ ਹੋਇਆ ਉਲਟ ਨਾ, ਰਿਐਲਿਟੀ ਤਾਂ ਨਤੀਜਿਆਂ ਨੇ ਦੱਸੀ ਹੈ ਨਾ। ਸੋ ਰਿਐਲਿਟੀ ਕੋਈ ਹੋਰ ਹੈ, ਦਿਖਾਇਆ ਕੁਝ ਹੋਰ ਜਾ ਰਿਹਾ ਜੀ। ਦਸਾਂਝ ਸਾਹਿਬ, ਜਿਹੜੀ ਭਾਰਤ ਦੀ ਇਕਨੋਮੀ ਆ ਜਿਸ ਤਰ੍ਹਾਂ ਉਹ ਬਰਬਾਦ ਹੋ ਰਹੀ ਆ, ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਰਿਜ਼ਰਵ ਬੈਂਕ ਦਾ ਨਾਂ ਹੀ ਰਿਜ਼ਰਵ ਬੈਂਕ ਰਹਿ ਗਿਆ, ਉਹਦੇ ਕੋਲ ਰਿਜ਼ਰਵ ਕੁਝ ਵੀ ਨਹੀਂ ਰਿਹਾ। ਇਹਦੀ ਮਿਸਾਲ ਜਿਹੜੇ ਇਕਨੋਮੀ ਦੇ ਮਾਹਰ ਨੇ ਉਹ ਇਹ ਦਿੰਦੇ ਨੇ ਕਿ ਅਰਜਨਟਾਈਨਾ ਨੇ ਵੀ ਇਸ ਤਰ੍ਹਾਂ ਦਾ ਕਿਤੇ ਕੀਤਾ ਸੀਗਾ, ਤੇ ਅਰਜਨਟਾਈਨਾ ਦੀ ਜਿਹੜੀ ਇਕਨੋਮੀ ਆ ਉਹ ਪੂਰੀ ਤਰ੍ਹਾਂ ਕਲੈਪਸ ਹੋ ਗਈ, ਉਹਨਾਂ ਦਾ ਸੱਤਿਆਨਾਸ਼ ਹੋ ਗਿਆ। ਉਹਨਾਂ ਨੇ ਵੀ ਬਾਰ-ਬਾਰ ਆਪਣਾ ਜਿਹੜਾ ਬੈਂਕ ਸੀਗਾ ਨੈਸ਼ਨਲ ਬੈਂਕ, ਉਹਦੇ 'ਚੋਂ ਇਸ ਤਰ੍ਹਾਂ ਹੀ ਪੈਸੇ ਕਢਾਏ ਸੀਗੇ। ਔਰ ਦੁਨੀਆ ਦੇ ਇਸ ਤਰ੍ਹਾਂ ਦੇ ਫੇਲਰ ਵੇਖ ਕੇ ਵੀ ਸਾਡੇ ਲੋਕ ਜਿਹੜੇ ਆ ਜਾਂ ਜਿਹੜੇ ਸਾਡੇ ਇਕਨੋਮੀ ਨੂੰ ਸੰਭਾਲਣ ਵਾਲੇ ਲੋਕ ਆ, ਉਹ ਇਹ ਸਮਝ ਨਹੀਂ ਰੱਖਦੇ ਕਿ ਜਿਹੜਾ ਇਹ ਮਾਡਲ ਇਹ
ਪੂਰੀ ਤਰ੍ਹਾਂ ਪਹਿਲਾਂ ਆਪਾਂ ਵੇਖਿਆ ਹੋਇਆ ਅਰਜਨਟਾਈਨਾ ਜਾਂ ਕੁਝ ਹੋਰ ਆਇਰਲੈਂਡ ਦੀ ਗੱਲ ਕਰਦੇ ਹਾਂ, ਤੇ ਜਿਨ੍ਹਾਂ ਨੂੰ ਫਿਰ ਯੂਰਪੀ ਯੂਨੀਅਨ ਵਗੈਰਾ ਨੇ ਕਾਫੀ ਮਦਦ ਦੇ ਕੇ ਫਿਰ ਪੈਰਾਂ 'ਤੇ ਖੜਾ ਕੀਤਾ। ਤੇ ਭਾਰਤ ਨੂੰ ਜੇਕਰ ਇਹੋ ਜਿਹੀ ਕੰਗਾਲੀ 'ਚ ਅਸੀਂ ਚਲੇ ਗਏ ਤੇ ਕਿੱਥੋਂ ਇਸ ਤਰ੍ਹਾਂ ਦੀ ਮਦਦ ਮਿਲੇਗੀ? ਪਹਿਲਾਂ ਵੀ WTO ਜਿਹੜਾ ਉਹਦੀਆਂ ਨੀਤੀਆਂ ਕਰਕੇ ਅਸੀਂ ਸਾਰੇ ਪਾਸੇ ਸੰਘਰਸ਼ਾਂ ਵਿੱਚ ਉਲਝੇ ਹੋਏ ਹਾਂ, ਅੰਦੋਲਨਾਂ 'ਚ ਉਲਝੇ ਹੋਏ ਹਾਂ, ਤੇ ਭਾਰਤ ਦੀ ਜਿਹੜੀ ਸਰਕਾਰ ਹੈ ਇਹਨੇ ਸਾਰੇ ਭਾਰਤ ਨੂੰ ਸੇਲ 'ਤੇ ਲਾ ਦਿੱਤਾ ਹੋਇਆ ਆ। ਜਿੱਥੋਂ ਵੀ ਪੈਸਾ ਮਿਲਦਾ ਉਹ ਲਈ ਜਾ ਰਹੇ ਨੇ। ਤੇ ਕੀ ਇਹ ਵੀ ਉਹ ਆਇਰਲੈਂਡ ਜਾਂ ਜਿਹੜਾ ਆਇਰਿਸ਼ ਕੰਟਰੀ ਆ ਜਾਂ ਜਿਹੜਾ ਅਰਜਨਟਾਈਨਾ ਉਹਦੇ ਵਾਂਗੂ ਸਾਨੂੰ ਬਿਲਕੁਲ ਭਿੱਖ ਮੰਗੇ ਬਣਾ ਕੇ ਛੱਡਣਗੇ? ਭਿੱਖ ਮੰਗੇ ਤਾਂ ਪਹਿਲੇ ਹੀ ਬਣੇ ਹੋਏ ਆ ਹਰਜੀਤ ਜੀ। ਕਿੱਥੋਂ ਸਹਾਇਤਾ ਮਿਲੇਗੀ? ਜਿਹੜਾ ਤੁਸੀਂ ਕਹਿ ਰਹੇ ਹੋ ਸਹਾਇਤਾ ਕਿੱਥੋਂ ਮਿਲੇਗੀ? ਸਹਾਇਤਾ ਮਿਲ ਵੀ ਜਾਵੇ, ਜਿਹੜੀ ਜਾਂ ਸਹਾਇਤਾ ਮਿਲੀ ਹੋਈ ਹੈ ਉਹਦਾ ਤਾਂ ਜਿਹੜੀ ਸਹਾਇਤਾ ਅਸੀਂ ਲੈ ਚੁੱਕੇ ਹਾਂ, ਉਹ ਸਹਾਇਤਾ ਦਾ ਜਿਹੜਾ ਕਰਜ਼ ਦੇ ਰੂਪ ਦੇ ਵਿੱਚ ਹੈ, ਉਹਦਾ ਇੰਟਰਸਟ ਹੀ ਨਹੀਂ ਦੇਣਾ ਸਾਡੇ ਲਈ ਮੁਸ਼ਕਲ ਹੋਇਆ ਪਿਆ। ਅਸੀਂ ਉਹਦਾ ਇੰਟਰਸਟ ਤਾਰਨ ਵਾਸਤੇ ਹੋਰ ਕਰਜ਼ਾ ਲੈਂਦੇ ਹਾਂ। ਮਤਲਬ ਹਾਲਤ ਤਾਂ ਇਹ ਹੈ, ਭਿੱਖ ਮੰਗੇ ਤਾਂ ਪਹਿਲੇ ਅਸੀਂ ਬਣ ਚੁੱਕੇ ਹਾਂ। ਅਸੀਂ ਦੁਨੀਆ ਦੇ ਜਿਹੜੇ ਸਭ ਤੋਂ ਜ਼ਿਆਦਾ ਕਰਜ਼ਦਾਰ ਮੁਲਕ ਹੈ ਉਹਨਾਂ 'ਚ ਭਾਰਤ ਦਾ ਨਾਂ ਵੱਜਦਾ, ਤੇ ਫਿਰ ਬਚੇਗਾ ਕਿਵੇਂ ਭਾਰਤ? ਕੋਲੈਪਸ ਤਾਂ ਹੋ ਚੁੱਕਾ, ਇਕਨੋਮੀ ਦੇ ਲੈਵਲ ਦੇ ਉੱਤੇ ਭਾਰਤ ਬਹੁਤ ਬੁਰੀ ਤਰ੍ਹਾਂ ਕੋਲੈਪਸ ਹੋ ਚੁੱਕਾ। ਬਚਣਾ ਕਿਵੇਂ ਆ ਭਾਰਤ ਨੇ? ਮੈਨੂੰ ਲੱਗਦਾ ਇਹ ਤਾਂ ਸ਼ਾਇਦ ਸਾਡੀ ਅੰਦਰੂਨੀ ਤਾਕਤ ਜਿਹੜੀ ਹੈ, ਸਾਡੇ ਜਿਹੜੇ ਨੈਚੁਰਲ ਸੋਰਸਿਸ ਨੇ ਉਹਨਾਂ ਦੀ ਸਹੀ ਵਰਤੋਂ ਕਰਕੇ, ਨੋਟ ਦੁਰਵਰਤੋਂ, ਵਰਤੋਂ ਕਰਕੇ, ਤੇ ਲੋਕਾਂ ਦੀ ਜਿਹੜੀ ਇੱਕ ਕਿਰਤ ਸ਼ਕਤੀ ਹੈ ਉਹਨੂੰ ਸਹੀ ਦਿਸ਼ਾ ਦੇ ਕੇ ਇਸ ਸੰਕਟ ਚੋਂ ਨਿਕਲਿਆ ਜਾ ਸਕਦਾ ਹੈ। ਲੋਕਾਂ ਨੇ ਇਸ ਮੁਲਕ ਨੂੰ ਬਚਾਉਣਾ ਹੈ। ਹੁਣ ਜੇ ਅਸੀਂ ਸਰਕਾਰਾਂ ਜਾਂ ਨਰਿੰਦਰ ਮੋਦੀ ਦੀ ਸਰਕਾਰ ਹੈ, ਜੇ ਉਸ ਤੋਂ ਪਹਿਲਾਂ ਦੀ ਜਿਹੜੀ ਸਰਕਾਰ ਰਹੀ ਹੈ ਡਾਕਟਰ ਮਨਮੋਹਨ ਸਿੰਘ ਦੀ, ਜਾਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ, ਜਿਹੜੀ ਇਹ ਕਰਜ਼ ਦੀ ਨੀਤੀ ਹੈ ਸਾਡੀ, ਜਿਹੜੀ WTO ਹੋਵੇ, ਵਰਲਡ ਬੈਂਕ ਹੋਵੇ, ਜਾਂ ਉਹ ਸਾਰੇ ਜਿਹੜੇ ਵੱਡੇ ਵੱਡੇ IMF ਅਦਾਰੇ ਜਿਹੜੇ ਹੋਣ, ਜਿਨ੍ਹਾਂ ਤੋਂ ਅਸੀਂ ਕਰਜ਼ੇ ਲਏ ਹੋਏ ਆ, ਤੇ ਉਹਦੀਆਂ ਡਿਟੇਲਸ ਵੀ ਅਸੀਂ ਕਿਸੇ ਦਿਨ ਕੱਢ ਕੇ ਲਿਆਵਾਂਗੇ, ਦੱਸਾਂਗੇ ਵੀ ਅਸੀਂ ਕਿੰਨੇ ਕੁ ਜ਼ਿਆਦਾ ਮਤਲਬ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਦੇ ਬਾਲ ਤੱਕ ਕਰਜ਼ੇ ਦੇ ਵਿੱਚ, ਸਾਰੀਆਂ ਡਿਟੇਲਸ ਵੀ ਅਸੀਂ ਸਾਂਝੀਆਂ ਕਰਾਂਗੇ। ਸੋ ਮੁਕਤੀ ਦਾ ਰਸਤਾ ਜਿਹੜਾ ਆ, ਇਸ ਤਰ੍ਹਾਂ ਦੀਆਂ ਹਕੂਮਤਾਂ ਨਹੀਂ ਹੈ ਜਿਸ ਤਰ੍ਹਾਂ ਦੀ ਹਕੂਮਤ ਭਾਰਤ ਦੇ ਵਿੱਚ ਇਸ ਵਕਤ ਹੈ, ਜਾਂ ਜਿਸ ਕਹਿ ਲਓ ਵੀ ਤਰਜ਼ ਦੀ ਸਰਕਾਰ ਸਾਡੇ ਮੁਲਕ ਦੇ ਵਿੱਚ ਹੈ। ਜਿੰਨੀ ਦੇਰ ਤੱਕ ਕੋਈ ਵਹਿਣ ਇਦਾਂ ਦਾ ਨਹੀਂ ਚੱਲਦਾ ਕਿ ਸਰਕਾਰਾਂ ਦਾ ਕਰੈਕਟਰ ਬਦਲ ਜਾਵੇ, ਜਿਹੜੇ ਚਾਹੇ ਸਟੇਟ ਗਵਰਨਮੈਂਟਸ ਹੋਣ, ਪਰ ਨੈਸ਼ਨਲ ਗਵਰਨਮੈਂਟ ਸਪੈਸ਼ਲੀ, ਉਹਦਾ ਕਰੈਕਟਰ ਕਿਤੇ ਨਾ ਕਿਤੇ ਪ੍ਰੋ ਪੀਪਲ ਕਿਤੇ ਹੋਵੇ, ਤਾਂ ਸ਼ਾਇਦ ਇਹਦੇ ਚੋਂ ਕੱਢਣ ਦੇ ਰਸਤੇ ਜਿਹੜੇ ਆ ਉਹ ਲੱਭੇ ਜਾ ਸਕਦੇ ਆ। ਤੇ ਬਚਣਾ ਭਾਰਤ ਨੇ, ਭਾਰਤ ਦੇ ਆਵਾਮ ਕਰਕੇ ਹੀ ਹੈ। ਵਿਦੇਸ਼ੀ ਮਦਦ ਦੇ ਨਾਲ ਭਾਰਤ ਬਚੇਗਾ ਨਹੀਂ, ਸਗੋਂ ਹੋਰ ਜ਼ਿਆਦਾ ਡੁੱਬੇ। ਦਸਾਂਝ ਸਾਹਿਬ, ਸਾਡੇ ਸਮਿਆਂ 'ਚ ਇਕੋਨਮੀ ਦੀ ਗੱਲ ਚੱਲੀ ਆ ਤਾਂ ਇੰਦਰਾ ਗਾਂਧੀ ਦਾ ਜਦੋਂ ਰਾਜ ਭਾਗ ਹੁੰਦਾ ਸੀ, ਉਦੋਂ ਆਪਾਂ ਬਹੁਤ ਚੀਜ਼ਾਂ ਦੀ ਸਮਝ ਵੀ ਨਹੀਂ ਸੀ, ਛੋਟੇ ਸਮਝ ਲਓ ਹੁੰਦੇ ਸੀ, ਜਾਂ ਸਿਆਸੀ ਤੌਰ 'ਤੇ ਨਹੀਂ ਸੀ ਇੰਨੀ ਚੇਤਨਤਾ। ਪਰ ਉਦੋਂ ਇੱਕ ਚਰਚਾ ਹੁੰਦੀ ਸੀ ਕਿ 50,000 ਕਰੋੜ ਦਾ IFM ਤੋਂ ਲੋਨ ਭਾਰਤ ਨੇ ਲਿਆ ਸੀ, ਜਿਹਦੀਆਂ ਸ਼ਰਤਾਂ ਜਿਹੜੀਆਂ ਸੀਗੀਆਂ ਉਹ ਇੰਨੀਆਂ ਡਰਾਉਣੀਆਂ ਸੀ ਕਿ ਉਹਦੇ ਵਿੱਚ ਕਿਹਾ ਗਿਆ ਕਿ ਇਹਨਾਂ ਪੈਸਿਆਂ ਤੋਂ ਤੁਸੀਂ ਐਗਰੀਕਲਚਰ 'ਚ ਖਰਚਾ ਨਹੀਂ ਕਰ ਸਕਦੇ, ਤੁਸੀਂ ਇਰੀਗੇਸ਼ਨ 'ਤੇ ਖਰਚਾ ਨਹੀਂ ਕਰ ਸਕਦੇ, ਤੁਸੀਂ ਸਬਸਿਡੀ ਨਹੀਂ ਦੇ ਸਕਦੇ। ਯਾਨੀ ਕਿ ਉਹਨਾਂ ਨੇ ਪੂਰੀ ਤਰ੍ਹਾਂ ਬਾਂਹ ਮਰੋੜ ਕੇ ਭਾਰਤ ਨੂੰ ਉਦੋਂ ਕਰਜ਼ਾ ਦਿੱਤਾ ਸੀਗਾ। ਉਹਦੇ ਤੋਂ ਬਾਅਦ ਤੇ ਚੱਲ ਹੀ ਚੱਲਦਾ ਆ ਰਿਹਾ। ਸਰਕਾਰ ਭਾਵੇਂ ਕੋਈ ਵੀ ਆਵੇ, ਉਸ ਤੋਂ ਬਾਅਦ 92 ਦੇ ਵਿੱਚ ਜਿਹੜੇ ਇਕਨੋਮਿਕ ਰਿਫੋਰਮ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਹੋਏ, ਨਰਸਿਮਹਾ ਰਾਓ ਦੀ ਸਰਕਾਰ ਵੇਲੇ ਸਾਡੇ ਵਿੱਤ ਮੰਤਰੀ ਮਨਮੋਹਨ ਸਿੰਘ ਦੇ ਸ਼ੁਰੂ ਕਰਾਏ ਸੀਗੇ। ਉਸ ਤੋਂ ਬਾਅਦ ਲੋਕਾਂ ਨੂੰ ਐਂ ਲੱਗਿਆ ਕਿ ਥੋੜ੍ਹਾ ਸੁੱਖ ਦਾ ਸਾਹ ਆ ਰਿਹਾ, ਅਸੀਂ ਦੁਨੀਆ ਦੇ ਬਰਾਬਰ ਸ਼ਾਇਦ ਹੋ ਜਾਵਾਂਗੇ, ਸਾਡੇ ਹਾਈਵੇ ਬਣਨੇ ਸ਼ੁਰੂ ਹੋ ਗਏ ਆ, ਕੰਪਿਊਟਰ ਟੈਕਨੋਲੋਜੀ ਆ ਗਈ ਆ। ਬਾਅਦ ਵਿੱਚ ਰਾਜੀਵ ਗਾਂਧੀ ਨੂੰ ਉਹਦਾ ਨਿਰਮਾਤਾ ਕਿਹਾ ਗਿਆ ਕੰਪਿਊਟਰ ਟੈਕਨੋਲੋਜੀ ਲਿਆਉਣ ਦਾ ਭਾਰਤ ਵਿੱਚ। ਅਤੇ ਇਸ ਤਰ੍ਹਾਂ ਬਹੁਤ ਕੁਝ ਜਿਹੜੀਆਂ ਨਵੀਆਂ ਵਿਕਾਸ ਦੀਆਂ ਚੀਜ਼ਾਂ ਸੀ ਉਹ ਲੋਕਾਂ ਨੇ ਵੇਖੀਆਂ। ਮੈਂ ਜਾਣਦਾ ਕਿ ਸਾਡੇ ਆਪਣੇ ਹੀ ਲੋਕ ਜਿਹੜੇ ਮੇਰੇ ਰਿਸ਼ਤੇਦਾਰ ਵੀ ਕੁਛ ਹੈਗੇ ਨੇ ਜਿਹੜੇ ਕਹਿੰਦੇ ਸੀ ਕਿ ਸਾਨੂੰ ਯਾਰ ਟੋਲ ਟੈਕਸ ਭਰਨ 'ਚ ਕੀ ਦਿੱਕਤ ਆ, ਜੇਕਰ ਸਰਕਾਰ ਇਹੋ ਜਿਹਾ ਪ੍ਰਬੰਧ ਕਰਦੀ ਆ ਕਿ ਅਸੀਂ ਦਿੱਲੀ ਜਿਹੜਾ 12-15 ਘੰਟਿਆਂ 'ਚ ਪਹੁੰਚਦੇ ਹਾਂ 8 ਘੰਟਿਆਂ 'ਚ ਪਹੁੰਚ ਜਾਈਏ, ਚੰਡੀਗੜ੍ਹ ਜਾਣ ਲਈ 5 ਘੰਟੇ ਨਾ ਲੱਗਣ, 3 ਘੰਟਿਆਂ 'ਚ ਪਹੁੰਚ ਜਾਈਏ। ਅਤੇ ਹੁਣ ਉਹੋ ਹੀ ਚੀਜ਼ਾਂ ਨਸੂਰ ਬਣ ਕੇ ਸਾਡੇ ਰਾਹ 'ਚ ਖੜੀਆਂ ਨੇ ਅਤੇ ਸਾਨੂੰ ਉਹਨਾਂ 'ਚੋਂ ਨਿਕਲਣ ਦਾ ਰਾਹ ਨਹੀਂ ਮਿਲ ਰਿਹਾ। ਲੋਕ ਚੇਤਨਾ ਦਾ ਪੱਧਰ ਵੀ ਕਿਤੇ ਨਾ ਕਿਤੇ ਇੱਦਾਂ ਦਾ ਰਿਹਾ ਕਿ ਸਾਨੂੰ ਲੱਗਦਾ ਹੈ ਕਿ ਜਿਹੜਾ ਸ਼ਾਰਟਕੱਟ ਰਸਤਾ ਹੈ, ਛੇਤੀ ਸ਼ਾਇਦ ਡਿਵੈਲਪਮੈਂਟ ਹੋ ਜਾਏਗੀ
ਛੇਤੀ ਛੇਤੀ ਅਸੀਂ ਦੁਨੀਆ ਨਾਲ ਮਿਲ ਕੇ ਕਦਮ ਵਧਾ ਕੇ ਚੱਲ ਪਾਂਗੇ। ਪਰ ਉਹਦਾ ਜਿੰਨਾ ਵੱਡਾ ਨੁਕਸਾਨ ਹੋਇਆ, ਜਿਸ ਤਰੀਕੇ ਦੇ ਇਕਨੋਮਿਕ ਮਾਰ ਜਿਹੜੇ ਸਾਡੇ ਇਕਨੋਮਿਕਸ ਨੂੰ ਪੜ੍ਹਨ ਜਾਂ ਪੜ੍ਹਾਉਣ ਵਾਲੇ ਲੋਕ ਅੱਗੇ ਆਏ, ਉਹ ਇੱਕ ਤਰ੍ਹਾਂ ਨਾਲ ਵਰਲਡ ਬੈਂਕ ਵਰਗੀਆਂ ਸੰਸਥਾਵਾਂ ਦੇ ਪੁਰਜੇ ਬਣ ਕੇ ਕੰਮ ਕਰਦੇ ਰਹੇ ਤੇ ਭਾਰਤ ਦਾ ਕਾਫੀ ਨੁਕਸਾਨ ਹੋ ਗਿਆ। ਹਾਂ, ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਇਹਨੂੰ ਥੋੜੇ ਸੌਖੇ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ। ਮਿਸਾਲ ਦੇ ਤੌਰ ਤੇ ਪਿੰਡ ਦੇ ਵਿੱਚ ਕੋਈ ਸ਼ਾਹੂਕਾਰ ਹੈ, ਉਹ ਜਦੋਂ ਕਰਜ਼ਾ ਦਿੰਦਾ ਕਿਸੇ ਨੂੰ, ਅੜੀ ਥੋੜੀ ਜਿਹੜੀ ਆ, ਭਾਵੇਂ ਕਾਫੀ ਦਿਆਨਤਦਾਰੀ ਵੀ ਰਹਿੰਦੀ ਹੈ ਇੱਦਾਂ ਦੇ ਰਿਸ਼ਤਿਆਂ ਦੇ ਵਿੱਚ ਪਿੰਡਾਂ ਦੇ ਵਿੱਚ, ਉਹਦੇ ਬਾਵਜੂਦ ਵੀ ਤੇ ਸਾਡੇ ਘਰਾਂ 'ਚ ਜਿਹੜਾ ਮਾੜਾ ਮੋਟਾ ਵੀ ਸਮਾਨ ਪਿਆ ਹੁੰਦਾ, ਕੋਈ ਕਹ ਲਓ ਵੀ ਸੋਨੇ ਦਾ ਕੋਈ ਬਾਲੀ, ਕੋਈ ਟੁੰਬ ਵਗੈਰਾ, ਉਹ ਪਹਿਲਾਂ ਰਖਵਾਉਂਦਾ ਆ ਨਾਲ, ਉਹ ਫਿਰ ਤੁਹਾਨੂੰ ਉਹ ਕਰਜ਼ਾ ਦਿੰਦਾ ਹੈ। ਜੇ ਕਰਜ਼ਾ ਤੁਸੀਂ ਨਹੀਂ ਵਾਪਸ ਕਰਦੇ ਤਾਂ ਉਹ ਜਿਹੜਾ ਥੋੜਾ ਬਹੁਤ ਜਿਹੜਾ ਘਰ ਦਾ ਕਹ ਲਓ ਵੀ ਇਸ ਤਰ੍ਹਾਂ ਦਾ ਸੌਦਾ ਹੁੰਦਾ, ਜਿਹੜਾ ਤੁਸੀਂ ਇੱਕ ਕਿਸਮ ਦਾ ਦਿੱਤਾ ਹੁੰਦਾ ਸ਼ਾਹੂਕਾਰ ਨੂੰ, ਜਾਂ ਜਿਹੜਾ ਵੀ ਕੋਈ ਤੁਹਾਡੇ ਪਿੰਡ ਦੇ ਵਿੱਚ ਦਿੰਦਾ ਇਸ ਤਰ੍ਹਾਂ ਦਾ ਕਰਜ਼, ਜਿਹੜਾ ਬਹੁਤ ਥੋੜਾ ਹੁੰਦਾ, ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ, ਤੇ ਆਖਿਰਕਾਰ ਤੁਹਾਡਾ ਉਹ ਰੱਖਿਆ ਹੋਇਆ ਸੌਦਾ ਸਮਾਨ ਜਿਹੜਾ ਆ ਉਹ ਫਿਰ ਉਹਦੇ ਕੋਲ ਹੀ ਰਹਿ ਜਾਂਦਾ, ਉਹ ਵਾਪਸ ਨਹੀਂ ਆਉਂਦਾ। ਥੋੜਾ ਅੱਗੇ ਚੱਲ ਕੇ ਦੇਖ ਲੈਂਦੇ ਆ ਵੀ ਜਦੋਂ ਕਿਸਾਨ ਜਿਹੜਾ ਆ ਉਹ ਆਪਣੀ ਜ਼ਮੀਨ ਜਿਹੜੇ ਆ ਉਹਦੇ ਕਾਗਜ਼ ਪੱਤਰ ਰੱਖ ਕੇ ਕਿਸੇ ਤੋਂ ਕਰਜ਼ਾ ਲੈਂਦਾ ਹੈ, ਬੈਂਕ ਤੋਂ, ਉਹ ਤਾਂ ਬਾਅਦ ਦੀ ਗੱਲ ਹੈ। ਜੇ ਕਿਸੇ ਉਹਦਾ ਸ਼ਾਹੂਕਾਰ ਤੋਂ ਲੈਂਦਾ, ਜੇ ਕਰਜ਼ਾ ਮੋੜਿਆ ਨਹੀਂ ਜਾਂਦਾ ਤਾਂ ਹੌਲੀ ਹੌਲੀ ਜ਼ਮੀਨ ਵੀ ਉਹਦੀ ਚਲੀ ਜਾਂਦੀ ਹੈ। ਇਹਨੂੰ ਤੁਸੀਂ ਅਪਲਾਈ ਕਰੋ ਸਾਰੇ ਮੁਲਕ ਦੇ ਉੱਤੇ। ਜਦੋਂ ਮੁਲਕ ਜਿਹੜੇ IMF ਵਰਗੇ ਜਿਹੜੇ ਵੱਡੇ ਅਦਾਰੇ ਨੇ, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਕਰਜ਼ਦਾਰ ਕੀਤਾ ਹੋਇਆ, ਉਹਨਾਂ ਤੋਂ ਕਰਜ਼ੇ ਲੈਂਦਾ ਤੇ ਫਿਰ ਸ਼ਰਤਾਂ ਤਾਂ ਰੱਖਦਾ ਹੀ ਹੈ ਨਾਲ। ਤੁਸੀਂ ਜ਼ਿਕਰ ਹੀ ਕਰਤਾ, ਮੈਂ ਉਹਨਾਂ ਗੱਲਾਂ ਦੁਹਰਾਉਂਦਾ ਨਹੀਂ। ਫਿਰ ਉਹ ਸ਼ਰਤਾਂ ਜਿਹੜੀਆਂ ਇੰਨੀਆਂ ਇਸ ਕਿਸਮ ਦੀਆਂ ਸਖਤ ਹੁੰਦੀਆਂ ਵੀ ਜੇ ਤੁਸੀਂ ਨਹੀਂ ਉਹ ਵਾਪਸ ਕਰ ਪਾਉਂਦੇ, ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਹਾਲਾਤ ਇਹ ਨੇ, ਚਾਹੇ ਉਹ ਪੰਜਾਬ ਦੀ ਗੱਲ ਵੀ ਆਪਾਂ ਕਰ ਲਈਏ, ਪੰਜਾਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਹੇਠਾਂ ਇਸ ਵੇਲੇ ਪੰਜਾਬ, ਤੇ ਉਹ ਕਰਜ਼ੇ ਦਾ ਵਿਆਜ ਦੇਣ ਵਾਸਤੇ ਹੋਰ ਕਰਜ਼ਾ ਸਾਨੂੰ ਲੈਣਾ ਪੈਂਦਾ। ਇੱਥੇ ਮੁਲਕ ਵੀ ਜਦੋਂ ਕਰਜ਼ੇ 'ਚ ਹੁੰਦਾ ਹੈ ਤੇ ਵੱਡੇ ਕਰਜ਼ੇ ਉਹਨੇ ਲਏ ਹੁੰਦੇ ਆ, ਤੇ ਉਹਨਾਂ ਕਰਜ਼ਿਆਂ ਦਾ ਵਿਆਜ ਦੇਣ ਵਾਸਤੇ ਉਹਨੂੰ ਹੋਰ ਕਰਜ਼ ਦੀ ਲੋੜ ਪੈਂਦੀ ਹੈ। ਹੌਲੀ ਹੌਲੀ ਤੁਹਾਡਾ ਸਾਰਾ ਕੁਝ ਵਿਕ ਜਾਂਦਾ। ਜਿਹੜੀ ਤਰੱਕੀ ਤੁਸੀਂ ਦੇਖ ਰਹੇ ਆ, ਇਹ ਤਰੱਕੀ ਸਾਡੀ ਸਾਰਾ ਕੁਝ ਵੇਚਣ ਦੀ ਜਿਹੜੀ ਇੱਕ ਕਿਸਮ ਦੀ ਹਕੀਕਤ ਹੈ ਵੀ ਇਹ ਦਿਖਾਈ ਦੇ ਰਹੀ ਹੈ ਸਾਨੂੰ। ਪੁਲ ਦਿਖਾਈ ਦੇ ਰਹੇ ਨੇ, ਸੜਕਾਂ, ਹਾਈਵੇ ਦਿਖਾਈ ਦੇ ਰਹੇ ਨੇ, ਪਰ ਇਹ ਸੜਕਾਂ, ਪੁਲ ਜਾਂ ਜੋ ਵੀ ਅਸੀਂ ਤਰੱਕੀ ਦੇਖ ਰਹੇ ਹਾਂ, ਇਸ ਬਿਨਾਂ ਤੇ ਹੈ ਕਿ ਅਸੀਂ ਆਪਣਾ ਸਾਰਾ ਕੁਝ ਵੇਚ ਵੀ ਦਿੱਤਾ ਹੈ। ਪੰਜਾਬ ਦੇ ਕੋਲ ਹੁਣ ਕੁਝ ਵੇਚਣ ਨੂੰ ਬਚਿਆ ਨਹੀਂ ਹੈ। ਇੱਥੇ ਭਾਰਤ ਦੇ ਕੋਲ ਵੀ ਕੁਝ ਵੇਚਣ ਨੂੰ ਸੀ ਬਚਿਆ ਨਹੀਂ ਸੀ। ਇਸੇ ਕਰਕੇ ਹੁਣ ਜਿਹੜੀ ਐਗਰੀਕਲਚਰ ਲੈਂਡ ਹੈ ਉਹ ਨਿਸ਼ਾਨੇ ਤੇ ਆ, ਹੋਰ ਕੁਝ ਬਚਿਆ ਹੀ ਨਹੀਂ। ਅਸਲ ਦੇ ਵਿੱਚ ਸਾਰਾ ਕੁਝ ਹੀ ਵੇਚ ਦਿੱਤਾ ਹੈ। ਸੋ ਇਹ ਤਰੱਕੀ ਜੋ ਅਸੀਂ ਦੇਖ ਰਹੇ ਹਾਂ, ਉਹ ਸਾਰਾ ਕੁਝ ਵੇਚਣ ਦੇ ਬਣਾ ਦੇ ਉੱਤੇ ਹੈ। ਤੇ ਦੁਨੀਆ ਤੋਂ ਲਏ ਹੋਏ ਕਰਜ਼ੇ, ਖਾਸ ਤੌਰ ਤੇ ਵੱਡੇ ਜਿਹੜੇ ਅਦਾਰੇ ਨੇ, IMF ਵਰਗੇ ਜਾਂ ਵਰਲਡ ਬੈਂਕ, ਉਹਨਾਂ ਕਰਜ਼ਿਆਂ ਦਾ ਵਿਆਜ ਤੱਕ ਨਹੀਂ ਅਸੀਂ ਦੇ ਪਾ ਰਹੇ, ਤੇ ਇਸੇ ਕਰਕੇ ਹੌਲੀ ਹੌਲੀ ਬਾਕੀ ਚੀਜ਼ਾਂ ਵੇਚ ਰਹੇ ਆ। ਸੋ ਮੁਲਕ ਜਿਹੜਾ ਤੁਸੀਂ ਕਹਿ ਰਹੇ ਹੋ ਸੇਲ ਤੇ ਲਾਤਾ, ਸੇਲ ਤੇ ਤਾਂ ਲਾਏ ਨੂੰ ਬਹੁਤ ਦੇਰ ਹੋ ਗਈ ਹੈ। ਬਹੁਤ ਸਾਰਾ ਮੁਲਕ ਵੇਚਿਆ ਜਾ ਚੁੱਕਾ ਹੈ। ਸਿਰਫ ਆਹ ਜਿਹੜਾ ਐਗਰੀਕਲਚਰ ਲੈਂਡ ਵਾਲਾ ਮਾਮਲਾ ਰਹਿੰਦਾ ਸੀ, ਇਸੇ ਕਰਕੇ ਐਡੀ ਅੜੀ ਫੜੀ ਹੋਈ ਹੈ ਵੀ 3 ਖੇਤੀ ਕਾਨੂੰਨ ਜਿਹੜੇ ਆ ਵਾਪਸ ਨਹੀਂ ਲੈ ਰਹੀ ਸਰਕਾਰ, ਡਾਇਲੋਗ ਦੇ ਟੇਬਲ ਤੇ ਵੀ ਨਹੀਂ ਆ ਰਹੀ, ਕਿਉਂਕਿ ਇਹ ਵੀ ਵੇਚਣਾ, ਸਾਰਾ ਕੁਝ ਵੇਚਣਾ, ਇਹੀ ਹਕੀਕਤ ਹੈ ਜੀ। ਦਸਾਂਝ ਸਾਹਿਬ, ਬਾਰ-ਬਾਰ ਖਬਰਾਂ ਆਉਂਦੀਆਂ ਨੇ ਇੰਡੀਅਨ 에ਅਰ ਫੋਰਸ ਦੇ ਵਿੱਚ ਬਹੁਤ ਪੁਰਾਣੇ ਹਵਾਈ ਜਹਾਜ਼ MiG-21 ਨੇ, ਜਿਨ੍ਹਾਂ ਨੂੰ ਪਾਇਲਟ ਦਾ ਕਫਨ ਕਿਹਾ ਜਾਂਦਾ ਹੈ ਕਈ ਵਾਰ, ਕਿ ਉਹਨਾਂ ਦੇ ਕਫਨ ਦੇ ਤੌਰ ਤੇ ਉਹ ਮਸ਼ਹੂਰ ਹੋ ਗਏ ਨੇ। ਹਰ ਆਏ ਦਿਨ ਖਬਰ ਆਉਂਦੀ ਰਹਿੰਦੀ ਆ ਕਿ ਕੋਈ ਨਾ ਕੋਈ ਜਿਹੜਾ ਪਾਇਲਟ ਹੈ, ਹੁਣ ਸਕੁਆਡਰਨ ਲੀਡਰ ਅਭਿਨੈ ਚੌਧਰੀ ਦੀ ਕੱਲ੍ਹ ਮ੍ਰਿਤੂ ਹੋਈ ਆ। ਦੂਜੇ ਪਾਸੇ ਜਦੋਂ ਮੋਦੀ ਸਰਕਾਰ ਆਈ ਸੀ, ਇਹਨਾਂ ਨੇ ਕਿਹਾ ਕਿ ਪਿਛਲੇ 38 ਸਾਲਾਂ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਨੇ ਭਾਰਤ ਦੀ ਡਿਫੈਂਸ ਦੇ ਉੱਤੇ ਇੱਕ ਪੈਨੀ ਵੀ ਖਰਚ ਨਹੀਂ ਕੀਤੀ, ਤੇ ਇਹਨਾਂ ਨੇ ਬੇਤਹਾਸ਼ਾ ਹਥਿਆਰ ਤੇ ਜਹਾਜ਼, ਰਫੇਲ ਵਰਗੇ ਸੌਦੇ ਕੀਤੇ, ਹੋਰ ਕਈ ਤਰ੍ਹਾਂ ਦਾ ਐਮੂਨੀਸ਼ਨ ਜਿਹੜਾ ਦੁਨੀਆ ਭਰ ਤੋਂ ਲਿਆ। ਇਜ਼ਰਾਈਲ ਨੇ, ਜਿੱਦਾਂ ਆਪਾਂ ਅੱਜ ਕੱਲ੍ਹ ਜ਼ਿਕਰ ਸੁਣਦੇ ਆ, ਆਇਰਨ ਡੋਮ ਬਣਾਇਆ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਲਾਉਣ ਲਈ, ਉਸ ਤਰ੍ਹਾਂ ਦਾ ਇੱਕ ਪ੍ਰਣਾਲੀ ਜਿਹੜੀ ਆ ਉਹ ਵਿਕਸਿਤ ਕਰਨ ਲਈ ਸੌਦੇ ਕੀਤੇ। ਮਤਲਬ ਬਹੁਤ ਸਾਰਾ ਧਨ ਜਿਹੜਾ ਡਿਫੈਂਸ 'ਤੇ ਖਰਚਿਆ। ਪਰ ਕੀ ਕਾਰਨ ਆ ਕਿ ਜਿਹੜੇ MiG-21 ਵਰਗੇ ਸਮਾਂ ਵਿਹਾ ਚੁੱਕੇ ਜਹਾਜ਼ ਟੈਕਨੋਲੋਜੀ ਆ, ਉਹਦੇ ਤੋਂ ਭਾਰਤ ਖਹਿੜਾ ਨਹੀਂ ਛਡਾ ਰਿਹਾ। ਦੂਜੇ ਪਾਸੇ
4-5 ਰਫੇਲ ਆ ਜਾਂਦੇ ਆ ਤੇ ਸਾਡਾ ਮੀਡੀਆ ਇਦਾਂ ਕੰਪੇਅਰ ਕਰਦਾ ਹੈ ਕਿ ਹੁਣ ਅਸੀਂ ਚਾਈਨਾ ਤੋਂ ਵੀ ਉੱਤੇ ਹੋ ਗਏ ਆ, ਪਾਕਿਸਤਾਨ ਤੇ ਕਿਸੇ ਗਿਣਤੀ ਵਿੱਚ ਹੀ ਨਹੀਂ। ਤੇ ਡਿਫੈਂਸ ਦੇ ਉੱਤੇ ਇਹ ਅੰਧਾਧੁੰਦ ਪੈਸਾ ਖਰਚਣਾ ਤੇ ਉਸ ਤੋਂ ਬਾਵਜੂਦ ਵੀ ਜਿਹੜੇ ਸਾਡੇ ਇਸ ਤਰ੍ਹਾਂ ਦੇ ਅਫਸਰ ਨੇ, ਉਹ ਨੌਜਵਾਨ ਜਿਹੜਾ ਸਕੁਆਡਨ ਲੀਡਰ ਗਿਆ, ਉਹਦੀ ਚਿਹਰਾ ਦੇਖ ਕੇ, ਉਹਦੀ ਉਮਰ ਦੇਖ ਕੇ ਉਹ ਵਾਕਿਆ ਹੀ ਹਾਲਾਤ ਖਰਾਬ ਲੱਗਦੇ ਨਜ਼ਰ ਆਉਂਦੇ ਆ ਕਿ ਕਿੰਨੀਆਂ ਕੁ ਲੋਕਾਂ ਦੀਆਂ ਇਸ ਤਰ੍ਹਾਂ ਜਾਨਾਂ ਅਜਾਈ ਜਾਣਗੀਆਂ। ਤੁਹਾਨੂੰ ਯਾਦ ਹੋਣਾ ਇੱਕ ਫਿਲਮ ਵੀ ਬਣੀ ਸੀ ਇਸ ਇਸ਼ੂ ਦੇ ਉੱਤੇ, ਰੰਗ ਦੇ ਬਸੰਤੀ, ਆਮਿਰ ਖਾਨ ਹੋਰਾਂ ਦੀ, ਕਿ ਕਿਸ ਤਰੀਕੇ ਨਾਲ ਜਿਹੜਾ ਆ ਉਹ ਜਿਹੜੇ ਰਾਜਨੀਤੀਵਾਨ ਨੇ ਇਹ ਨੌਜਵਾਨਾਂ ਨੂੰ ਵੀ ਬਲੀ ਦਾ ਬੱਕਰਾ ਬਣਾਉਂਦੇ ਨੇ। ਤੇ ਉਹ ਫਿਲਮ ਦਾ ਵੀ ਤੁਹਾਨੂੰ ਸ਼ਾਇਦ ਯਾਦ ਹੋਵੇ। ਪਰ ਇਹ ਲਗਾਤਾਰ ਵਰਤਾਰਾ ਜਾਰੀ ਆ, ਇਹਨੂੰ ਠੱਲ ਕਦੀ ਪਏਗੀ ਜਾਂ ਨਹੀਂ? ਅਸਲ 'ਚ ਅਸੀਂ ਜਿਹੜੀ ਬਹੁਤੀ ਚਰਚਾ ਕਰਦੇ ਆ ਉਹਦੇ 'ਚ ਫਿਰ ਬਾਰ-ਬਾਰ ਗੱਲ ਆ ਜਾਂਦੀ ਹੈ ਕਿ ਸਾਡੇ ਇਸ ਸਿਸਟਮ ਨੂੰ ਰਨ ਕਰਨ ਵਾਲੇ ਲੋਕ ਅਸਲ ਦੇ ਵਿੱਚ ਜਿਹੜੇ ਆ ਉਹ ਇਮਾਨਦਾਰ ਨਹੀਂ ਹੈ। ਸਾਡਾ ਹਰ ਵਾਰੀ ਜਿਹੜਾ ਬਜਟ ਹੈ, ਬਜਟ ਦਾ 36% ਦੇ ਨੇੜੇ ਤੇੜੇ ਜਿਹੜਾ ਹੈ ਨਾ, ਬਹੁਤਾ ਜੇ ਅਸੀਂ ਦੇਖਾਂਗੇ ਐਕਚੁਅਲ ਤਾਂ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਦੇਖ ਕੇ, ਪਰ ਓਵਰਆਲ 30% ਤੋਂ ਜ਼ਿਆਦਾ ਜਿਹੜਾ ਅਸੀਂ ਡਿਫੈਂਸ ਦੇ ਨਾਂ ਤੇ ਰੱਖਦੇ ਹਾਂ। ਪਰ ਉਹ ਖਰਚ ਕਿੱਥੇ ਹੁੰਦਾ ਹੈ? ਖਰਚ ਹੁੰਦਾ ਆਹੀ ਜਿੱਦਾਂ ਤੁਸੀਂ ਰਫਾਲ ਦਾ ਜ਼ਿਕਰ ਕੀਤਾ, ਸਾਰੀਆਂ ਚੀਜ਼ਾਂ ਸਾਡੇ ਜਿਹੜੇ ਦਰਸ਼ਕ ਨੇ, ਸੁਣ ਰਹੇ ਨੇ, ਸਾਨੂੰ ਦੇਖ ਰਹੇ ਨੇ, ਉਹਨਾਂ ਦੀ ਨਾਲੇਜ ਹੈ, ਕਿਉਂਕਿ ਇਹ ਖਬਰਾਂ ਦੇ ਵਿੱਚ ਆਉਂਦਾ ਰਹਿੰਦਾ ਹੈ ਸਾਰੀਆਂ ਚੀਜ਼ਾਂ ਜਿਹੜੀਆਂ। ਪਰ ਦੱਸਣ ਵਾਲੀ ਗੱਲ ਇਹੀ ਹੈ ਕਿ ਉਹ ਜਿਹੜਾ 30% ਤੋਂ ਜ਼ਿਆਦਾ ਬਜਟ ਦਾ ਹਿੱਸਾ ਜਿਹੜਾ ਡਿਫੈਂਸ ਦੇ ਨਾਂ ਤੇ ਹੁੰਦਾ ਹੈ, ਉਹ ਸਿਰਫ ਤੇ ਸਿਰਫ ਇਸ ਤਰ੍ਹਾਂ ਦੀ ਜਿਹੜੀ ਹਥਿਆਰਾਂ ਦੀ ਲੌਬੀ ਹੈ ਉਹਦੀ ਝੋਲੀ 'ਚ ਪਾਇਆ ਜਾਂਦਾ ਹੈ ਤੇ ਉਹਦੇ 'ਚੋਂ ਮਤਲਬ ਵੱਡੇ ਪੱਧਰ ਦੇ ਉੱਤੇ ਕਮਿਸ਼ਨ ਖਾਇਆ ਜਾਂਦਾ ਹੈ। ਇਸੇ ਕਰਕੇ ਜਿਹੜਾ ਸੌਦਾ ਬਾਈ ਦੇ 500 ਕਰੋੜ ਦਾ ਹੁੰਦਾ ਹੈ, ਉਹ 5000 ਕਰੋੜ ਤੱਕ ਪਹੁੰਚ ਜਾਂਦਾ ਹੈ ਹੌਲੀ ਹੌਲੀ। ਜਦੋਂ ਤੁਸੀਂ ਇਨੀਸ਼ੀਅਲੀ ਸ਼ੁਰੂ ਕਰਦੇ ਆ, ਮੰਨ ਲਓ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਿਹਾ ਵੀ ਤੁਸੀਂ ਇਨੀਸ਼ੀਅਲੀ ਕਿਤੇ 100 ਕਰੋੜ ਦਾ ਪ੍ਰੋਜੈਕਟ ਦੇ ਤੌਰ ਦੇ ਉੱਤੇ ਰੱਖਿਆ ਵੀ ਡਿਫੈਂਸ ਦੇ ਵਿੱਚ ਆ ਫਲਾਨਾ ਪ੍ਰੋਜੈਕਟ ਹੈ, ਉੱਥੇ 100 ਕਰੋੜ ਖਰਚ ਹੋਣਾ। ਜਦ ਤੱਕ ਉਹ ਇੰਪਲੀਮੈਂਟ ਹੁੰਦਾ ਜਾਂ ਸਿਰੇ ਚੜ੍ਹਦਾ, ਉਦੋਂ ਤੱਕ ਉਹ 100 ਕਰੋੜ ਦਾ ਜਿਹੜਾ 1000 ਕਰੋੜ ਹੋਇਆ ਹੁੰਦਾ। ਤੇ ਅਸਲ ਦੇ ਵਿੱਚ ਪੂਰੀ ਦਾ ਪੂਰਾ ਉਹਦੇ 'ਚ ਕਮਿਸ਼ਨ ਵੀ ਹੁੰਦਾ ਕਈ ਲੈਵਲ ਦੇ ਉੱਤੇ। ਤੇ ਜਿਹੜੇ ਕਰਪਟ ਕਿਸਮ ਦੇ ਲੋਕ ਜਿਹੜੇ ਬੈਠੇ ਹੁੰਦੇ ਆ, ਚਾਹੇ ਉਹ ਕਹਿ ਲਓ ਵੀ ਹਕੂਮਤ ਵਿੱਚ ਹੋਣ ਜਾਂ ਵਿਚਾਲੇ ਜਿਹੜੇ ਲੋਕ ਹੁੰਦੇ ਆ, ਉਹ ਸਾਰਾ ਪੈਸਾ ਉਹ ਖਾਂਦੇ ਆ। ਤੇ ਜਿਹੜਾ 30% ਤੋਂ ਜ਼ਿਆਦਾ ਜਿਹੜਾ ਬਜਟ ਹੈ ਡਿਫੈਂਸ ਦੇ ਉੱਤੇ, ਨਾ ਤਾਂ ਉਹ ਆਮ ਜਿਹੜਾ ਫੌਜੀ ਆ ਉਹਦੀ ਭਲਾਈ ਵਾਸਤੇ ਆ, ਤੇ ਨਾ ਹੀ ਜਿਹੜਾ ਸਾਡਾ ਪੁਰਾਣਾ ਸਾਜ਼ੋ ਸਮਾਨ ਹੈ ਉਹਨੂੰ ਅਪਗ੍ਰੇਡ ਕਰਨ ਤੇ ਹੈ। ਅਪਗ੍ਰੇਡ ਨਹੀਂ ਵੀ ਕਰਨਾ ਜਦ ਤੁਹਾਨੂੰ ਪਤਾ ਵੀ ਬਾਰ-ਬਾਰ ਇਸ ਤਰ੍ਹਾਂ ਦੀਆਂ ਕਹਿ ਲਓ ਵੀ ਹਾਦਸਿਆਂ ਦੇ ਰੂਪ ਦੇ ਵਿੱਚ ਘਟਨਾਵਾਂ ਵਾਪਰਦੀਆਂ, ਜਿਹਦੇ 'ਚ ਬਹੁਤ ਕੀਮਤੀ ਸਾਡੀਆਂ ਜਾਨਾਂ ਜਾਂਦੀਆਂ ਉਹਨਾਂ ਦੀਆਂ, ਜਿਨ੍ਹਾਂ ਨੂੰ ਅਸੀਂ ਟ੍ਰੇਨਡ ਕੀਤਾ ਹੁੰਦਾ ਆਪਣੇ ਮੁਲਕ ਦੇ ਵਿੱਚ ਇੱਕ ਆਫਿਸਰ ਦੇ ਲੈਵਲ ਦੇ ਉੱਤੇ। ਤੇ ਉਹ ਟ੍ਰੇਨਡ ਬੰਦਾ ਵੀ ਜਿਹੜਾ ਆ, ਜੇ ਇਸ ਤਰ੍ਹਾਂ ਕ੍ਰੈਸ਼ ਦਾ ਸ਼ਿਕਾਰ ਹੋ ਕੇ ਸਦਾ ਲਈ ਚਲਾ ਜਾਂਦਾ, ਉਹਦੇ ਪਰਿਵਾਰ ਤੇ ਜੋ ਬੀਤਦੀ ਆਪਣੀ ਥਾਂ ਦੇ ਉੱਤੇ ਹੈ। ਤੇ ਅਸੀਂ ਆਪਣੇ ਨੇਸ਼ਨ ਦਾ ਕਿੰਨਾ ਨੁਕਸਾਨ ਕਰ ਰਹੇ ਹੁੰਦੇ ਹਾਂ। ਕਿਉਂ ਨਹੀਂ ਅਸੀਂ ਉਹ ਚੀਜ਼ਾਂ ਨੂੰ ਡੰਪ ਕਰਦੇ ਜੇ ਉਹ ਅਪਗ੍ਰੇਡ ਨਹੀਂ ਹੋਣ ਵਾਲੀਆਂ? ਜੋ ਨਕਾਰਾ ਹੋ ਚੁੱਕੇ ਆ ਤਾਂ ਡੰਪ ਕਰ ਦਿਓ। ਕਿਉਂ ਬਾਰ-ਬਾਰ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਯੂਜ਼ 'ਚ ਲੈ ਕੇ ਆ ਜਾਂਦਾ? ਸੋ ਮੇਰਾ ਮੰਨਣਾ ਇਹੀ ਹੈ ਕਿ ਅਸਲ ਦੇ ਵਿੱਚ ਸਿਸਟਮ ਨੂੰ ਰਨ ਕਰਨ ਵਾਲੇ ਲੋਕ ਜਿਹੜੇ ਕਰਪਟ ਨੇ, ਤੇ ਇਹਦੇ ਕੇਂਦਰ ਦੇ ਵਿੱਚ ਅਸਲ ਦੇ ਵਿੱਚ ਟੋਟਲ ਜਿਹੜਾ ਸਾਰਾ ਕੁਝ ਸਿਸਟਮ 'ਚ ਅਸੀਂ ਇਹ ਦੇਖ ਰਹੇ ਹਾਂ, ਪੋਲੀਟੀਕਲ ਕਰਪਸ਼ਨ ਜਿਹੜੀ ਹੈ ਉਹ ਇਹਦੇ ਕੇਂਦਰ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਬੈਠੀ ਹੋਈ ਹੈ। ਜਿੰਨੀ ਦੇਰ ਤੱਕ ਪੋਲੀਟੀਕਲ ਕਰਪਸ਼ਨ ਨੂੰ ਨੱਥ ਨਹੀਂ ਪਾਈ ਜਾਂਦੀ, ਉਨੀ ਦੇਰ ਤੱਕ ਕਿਸੇ ਵੀ ਸੈਕਟਰ ਦੇ ਵਿੱਚ ਤੁਸੀਂ ਬਿਹਤਰੀ ਨਹੀਂ ਦੇਖ ਸਕਦੇ, ਪੋਜ਼ਿਟਿਵਿਟੀ ਨਹੀਂ ਦੇਖ ਸਕਦੇ। ਤੇ ਪੋਲੀਟੀਕਲ ਕਰਪਸ਼ਨ ਉਦੋਂ ਹੀ ਦੂਰ ਹੋਣੀ ਹੈ ਜਦੋਂ ਕਰਪਟ ਕਿਸਮ ਦੇ ਸਿਆਸਤਦਾਨ ਸੱਤਾ ਤੋਂ ਲਾਂਭੇ ਕੀਤੇ ਜਾਣਗੇ। ਦਸਾਂਝ ਸਾਹਿਬ, ਲਾਸਟ ਵਿੱਚ ਪੰਜਾਬ ਦੀ ਥੋੜ੍ਹੀ ਜਿਹੀ ਗੱਲਬਾਤ ਵੀ ਆਪਾਂ ਕਰ ਲਈਏ। ਇੱਕ ਖਬਰ ਤੇ ਇਹ ਆ ਰਹੀ ਆ ਕਿ ਜਿਹੜੀਆਂ 26 ਜਨਵਰੀ ਦੀਆਂ ਘਟਨਾਵਾਂ ਸੀ, ਉਹਨੂੰ ਲੈ ਕੇ ਚਾਰਜ ਸ਼ੀਟ ਜਿਹੜੀ ਆ ਉਹ 30 ਹਜ਼ਾਰੀ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਹੈ 18 ਤਰੀਕ ਨੂੰ, 3000 ਪੰਨਿਆਂ ਦੀ। ਉਹਦੇ ਵਿੱਚ ਜਿਹੜੇ ਇਲਜ਼ਾਮ ਲਾਏ ਗਏ ਨੇ ਕਿ ਲਾਲ ਕਿਲ੍ਹੇ ਵਰਗੀ ਇਤਿਹਾਸਕ ਜਿਹੜੀ ਮਹੱਤਤਾ ਵਾਲੀ ਸਾਡੀ ਇਮਾਰਤ ਆ, ਉਹਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ, ਉੱਥੇ ਤੋੜ ਫੋੜ ਕੀਤੀ ਗਈ ਤੇ ਕਈ ਤਰੀਕਿਆਂ ਨਾਲ ਆਇਡੈਂਟੀਫਾਈ ਕਰਕੇ ਕੁਝ ਟਰੈਕਟਰ ਵਗੈਰਾ ਵੀ ਜ਼ਬਤ ਕੀਤੇ ਗਏ ਤੇ ਬਹੁਤ ਸਾਰੇ ਕੇਸ ਬਣਾਏ ਗਏ ਸੀਗੇ। ਉਹ ਜਿਹੜੀ ਆ ਉਹ ਚਾਰਜ ਸ਼ੀਟ ਹੁਣ ਦਾਖਲ ਹੋ ਗਈ ਆ। ਉਹ ਕੇਸ ਪਤਾ ਨਹੀਂ ਕਿੰਨਾ ਚਿਰ ਚੱਲਣੇ ਆ, ਉਹਦਾ ਕੀ ਹੱਲ ਹੋਏਗਾ। ਇੱਕ ਤਾਂ ਇਹ ਖਬਰ ਸੀ ਅੱਜ। ਇੱਕ ਖਬਰ ਆ ਰਹੀ ਸੀਗੀ
ਜਿਹੜਾ ਸਿਰਸਾ ਦਾ ਮੁਖੀ ਆ ਉਹਨੂੰ 1 ਦਿਨ ਦੀ ਪਰੋਲ ਮਿਲੀ ਸੀਗੀ ਤੇ ਉਹਦੇ ਤੇ ਬਹੁਤ ਸਾਰੇ ਇਤਰਾਜ਼ ਆਏ ਨੇ। ਲੋਕ ਕਹਿ ਰਹੇ ਨੇ ਕਿ ਸਰਕਾਰ ਟੈਸਟ ਕਰ ਰਹੀ ਆ ਕਿ ਕਿੱਦਾਂ ਦਾ ਰਿਐਕਸ਼ਨ ਹੁੰਦਾ, ਉਹਨੂੰ ਪੱਕੇ ਤੌਰ ਤੇ ਬਾਹਰ ਕੱਢਣ ਦੇ ਉਪਰਾਲੇ ਬੀਜੇਪੀ ਕਰ ਰਹੀ ਆ। ਕੱਲ ਵਾਲੀਆਂ ਜਿਹੜੀਆਂ ਇੱਕ ਖਬਰਾਂ ਆਪਾਂ ਕੀਤੀਆਂ ਸੀਗੀਆਂ ਕਿ ਨਿਹੰਗ ਸਿੰਘ ਵੱਲੋਂ ਦਲਿਤਾਂ ਲਈ ਅਰਦਾਸ ਕਰਨੀ ਤੇ ਡੇਰਾ ਪ੍ਰੇਮੀਆਂ ਦੇ ਲਈ ਅਰਦਾਸ ਕਰਨੀ ਜਿਹੜੀ ਸੀ ਉਹਨੂੰ ਵੀ ਇਹਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਕਿ ਇਦਾਂ ਦੀਆਂ ਘਟਨਾਵਾਂ ਜਾਣ ਕੇ ਕਰਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਲੋਕ ਕਿੱਦਾਂ ਰਿਐਕਟ ਕਰਦੇ ਨੇ। 2 ਤੇ ਇਹ ਖਬਰਾਂ ਸੀ ਵੱਡੀਆਂ, ਤੇ ਤੀਜੀ ਖਬਰ ਜਿਹੜੀ ਆ ਉਹ ਜਿਹੜੀ ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਗਈ ਆ ਕਿ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ। ਉਹਦੇ ਬਾਰੇ ਤੁਸੀਂ ਜਿਹੜੀ ਕੋਈ ਤੁਹਾਡਾ ਐਨਾਲਿਸਿਸ ਆ ਉਹ ਤਿੰਨੇ ਚੀਜ਼ਾਂ ਨੂੰ ਸਮ ਅਪ ਕਰ ਦਿਓ ਜੀ। ਹਰਜੀਤ ਗਿੱਲ ਜੀ, ਦੇਖੋ ਜਿਹੜੀ ਤਾਂ ਚਾਰਜ ਸ਼ੀਟ ਵਾਲਾ ਮਾਮਲਾ ਆ ਉਹ ਤਾਂ ਰੂਟੀਨ ਦੇ ਵਿੱਚ ਜਿਹੜੀ ਆ ਕਾਨੂੰਨੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਇਹ ਤਾਂ ਖਬਰ ਦੇ ਤੌਰ ਤੇ ਇਹਨੂੰ ਦੇਖਿਆ ਜਾ ਸਕਦਾ ਹੈ ਤੇ ਉਹਦੇ ਤੇ ਬਹੁਤੀ ਟਿੱਪਣੀ ਕਰਨ ਦਾ ਮੈਨੂੰ ਲੱਗਦਾ ਕੋਈ ਬਹੁਤੀ ਜ਼ਰੂਰਤ ਨਹੀਂ ਹੈ। ਤੇ ਰੂਟੀਨ 'ਚ ਖਬਰਾਂ ਹਾਲੇ ਹੋਰ ਵੀ ਆਉਣਗੀਆਂ। ਦੀਪ ਸਿੱਧੂ ਨੂੰ ਚਾਰਜ ਸ਼ੀਟ ਦੇ ਵਿੱਚ ਰੱਖਿਆ ਗਿਆ ਤੇ ਹੋਰ ਵੀ ਬੜੇ ਲੋਕ ਹੋਣਗੇ ਤੇ ਇਤਿਹਾਸਕ ਸਥਾਨ ਦੀ ਭੰਨ ਤੋੜ ਕਰਨ ਦਾ ਇੱਕ ਕੇਸ ਜਿਹੜਾ ਉਹਨਾਂ ਨੇ ਬਣਾਇਆ ਆਪਣੇ ਤਰੀਕੇ ਦੇ ਨਾਲ। ਤੇ ਪਰ ਜਿਹੜੀਆਂ 2 ਖਬਰਾਂ ਨੇ ਖਾਸ ਤੌਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਹਵਾਲੇ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਪਹਿਲ ਦੇ ਤੌਰ ਦੇ ਉੱਤੇ ਫੇਰ ਤੋਂ ਇੱਕ ਡੈਡਲੌਕ ਜਿਹੜਾ ਬਣਿਆ ਉਹਨੂੰ ਤੋੜਨ ਦੀ ਇੱਕ ਕੋਸ਼ਿਸ਼ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ ਵੀ ਸੰਯੁਕਤ ਕਿਸਾਨ ਮੋਰਚੇ ਨੇ ਘੱਟੋ ਘੱਟ ਸੁਹਿਰਦਤਾ ਦਿਖਾਈ ਹੈ ਵੀ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਲਗਾਤਾਰ 26 ਜਨਵਰੀ ਦੀਆਂ ਘਟਨਾਵਾਂ ਤੋਂ ਪਹਿਲਾਂ ਜਿਹੜੀ 23 ਜਾਂ 24 25 ਜਨਵਰੀ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਮੀਟਿੰਗ ਕਾਲ ਨਹੀਂ ਕੀਤੀ ਉਹਨਾਂ ਨੇ ਤੇ ਸਿਰਫ ਇਹ ਜ਼ੋਰ ਲਾਇਆ 26 ਜਨਵਰੀ ਤੋਂ ਬਾਅਦ ਵੀ ਤੇ ਫਿਰ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਧਰਨਾ ਸਥਾਨ ਤੇ ਬੈਠੇ ਕਿਸਾਨ ਨੇ ਉਹਨਾਂ ਨੂੰ ਉਠਾ ਦਿੱਤਾ ਜਾਏ, ਇਸ ਮੋਰਚੇ ਨੂੰ ਤੋੜ ਦਿੱਤਾ ਜਾਏ। ਉਹ ਕੋਸ਼ਿਸ਼ ਕੀਤੀ ਹੈ ਤੇ ਡਾਇਲੋਗ ਤੇ ਕਦੇ ਨਹੀਂ ਆਏ ਤੇ ਬਾਰ-ਬਾਰ ਇਦਾਂ ਦੀਆਂ ਗੱਲਾਂ ਕਰਦੇ ਰਹੇ ਵੀ ਇੱਕ ਟੈਲੀਫੋਨ ਕਾਲ ਤੇ ਬੈਠੇ ਅਸੀਂ ਤਾਂ ਕਿਸਾਨਾਂ ਨਾਲ, ਪਾਰਲੀਮੈਂਟ 'ਚ ਵੀ ਕਿਹਾ, ਆਲ ਪਾਰਟੀ ਮੀਟਿੰਗ 'ਚ ਵੀ ਕਿਹਾ ਨਰਿੰਦਰ ਮੋਦੀ ਨੇ ਤੇ ਨਾਲ ਦੀ ਨਾਲ ਨਰਿੰਦਰ ਤੋਮਰ ਵਰਗੇ ਲੋਕ ਜਾਂ ਆਪਣੇ ਮਨੋਹਰ ਲਾਲ ਖੱਟੜ ਵਰਗੇ ਲੋਕ ਇਹ ਵੀ ਕਹੀ ਗਏ ਕਰੋਨਾ ਆ ਗਿਆ ਕਿਸਾਨ ਘਰਾਂ ਨੂੰ ਚਲੇ ਜਾਣ, ਹਾਲ ਫਿਲਹਾਲ ਆਪਣਾ ਅੰਦੋਲਨ ਉਹ ਪੋਸਟਪੋਨ ਕਰ ਦੇਣ। ਤੇ ਇਨ ਬਿਟਵੀਨ 26 ਮਈ ਦਾ ਇੱਕ ਐਕਸ਼ਨ ਪਲਾਨ ਕੀਤਾ ਹੋਇਆ ਸੰਯੁਕਤ ਕਿਸਾਨ ਮੋਰਚੇ ਨੇ। 26 ਮਈ ਨੂੰ ਨਰਿੰਦਰ ਮੋਦੀ ਦੀ ਸਰਕਾਰ 'ਚ ਬੈਠਿਆ ਹੋਇਆ ਮਤਲਬ ਦੂਜੀ ਟਰਮ ਦੇ ਵਿੱਚ ਆ ਗਏ ਨੇ ਤੇ ਦੂਜੀ ਟਰਮ 'ਚ 2 ਸਾਲ ਹੋ ਜਾਣੇ ਆ, ਕੁੱਲ ਮਿਲਾ ਕੇ ਉਹਨਾਂ ਦੇ 7 ਸਾਲ ਹੋਣੇ ਆ ਤੇ 26 ਮਈ ਨੂੰ ਕਿਸਾਨ ਮੋਰਚੇ ਦੇ ਦਿੱਲੀ ਦੇ ਬਾਰਡਰਾਂ ਦੇ ਉੱਤੇ 6 ਮਹੀਨੇ ਪੂਰੇ ਹੋਣੇ ਆ। ਐਕਸ਼ਨ ਪਲਾਨ ਜਿਹੜਾ ਕੀਤਾ ਹੋਇਆ ਉਹ ਹੈ ਦੇਸ਼ ਭਰ ਦੇ ਵਿੱਚ ਇੱਕ ਕਿਸਮ ਦਾ ਰੋਸ ਪ੍ਰਗਟ ਕਰਨਾ, ਬਲੈਕ ਡੇ ਮਨਾਉਣਾ ਹੈ ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਜਿਹੜੀਆਂ ਆਮ ਲੋਕਾਂ ਦੇ ਖਿਲਾਫ ਨੇ ਜਾਂ 3 ਖੇਤੀ ਕਾਨੂੰਨ ਨੇ ਉਹਦੇ ਖਿਲਾਫ ਕਾਲੇ ਝੰਡੇ ਲਹਿਰਾਉਣੇ ਨੇ ਕਿਤੇ ਵੀ ਕੋਈ ਹੋਵੇ ਤੇ ਨਾਲ ਦੀ ਨਾਲ ਨਰਿੰਦਰ ਮੋਦੀ ਸਰਕਾਰ ਦੇ ਪੁਤਲੇ ਫੂਕਣੇ ਨੇ। ਇਹ ਐਕਸ਼ਨ ਹੈ ਪਰ ਇਨ ਬਿਟਵੀਨ ਸਰਕਾਰ ਦੇ ਕੋਲ ਇੱਕ ਚਿੱਠੀ ਭੇਜੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਵੀ ਦੁਬਾਰਾ ਗੱਲਬਾਤ ਜਿਹੜੀ ਸ਼ੁਰੂ ਕੀਤੀ ਜਾਵੇ। ਸੋ ਜਿਹੜੀ ਅੜੀ ਸਰਕਾਰ ਦੀ ਹੈ ਉਹਦੇ ਮੁਕਾਬਲੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਸੁਹਿਰਦਤਾ ਦਿਖਾਈ ਹੈ ਵੀ ਸਰਕਾਰ ਗੱਲਬਾਤ ਕਰੇ। ਇਹ ਭਾਵਨਾ ਨਾ ਜਾਵੇ ਕਿ ਜਿਹੜੇ ਕਿਸਾਨ ਨੇ ਉਹ ਅੜੇ ਹੋਏ ਨੇ। ਮੈਂ ਅੜੇ ਸ਼ਬਦ ਕਿਸਾਨਾਂ ਲਈ ਨਹੀਂ ਵਰਤਦਾ, ਮੈਂ ਸਮਝਦਾ ਕਿਸਾਨ ਡਟੇ ਹੋਏ ਨੇ ਪਰ ਫਿਰ ਵੀ ਉਹਨਾਂ ਨੇ ਇੱਕ ਸੁਹਿਰਦ ਯਤਨ ਕੀਤਾ ਵੀ ਆਪਣੇ ਵੱਲੋਂ ਇੱਕ ਰਸਮੀ ਤੌਰ ਤੇ ਚਿੱਠੀ ਭੇਜੀ ਹੈ ਵੀ ਸਰਕਾਰ ਇਹਨਾਂ ਮੁੱਦਿਆਂ ਤੇ ਗੱਲ ਕਰੇ। ਇਹੀ ਇੱਕ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹੀ ਹੁੰਦਾ ਆਇਆ ਤੇ ਸੋ ਕਿਸਾਨਾਂ ਦੀ ਇਹ ਸੁਹਿਰਦਤਾ ਦਾ ਜਵਾਬ ਜੇ ਹਾਲੇ ਵੀ ਸਰਕਾਰ ਨੇ ਸੁਹਿਰਦਤਾ ਦੇ ਨਾਲ ਨਹੀਂ ਦੇਣਾ ਤਾਂ ਫਿਰ ਲਾਜ਼ਮੀ ਹੈ ਕਿ ਆਉਣ ਵਾਲੇ ਦਿਨ ਜਿੱਥੇ ਕਿਸਾਨਾਂ ਵਾਸਤੇ ਵੀ ਬਹੁਤ ਔਖੇ ਹੋਣਗੇ ਕਿਉਂਕਿ ਲੜਾਈ ਨੂੰ ਲੰਬਾ ਚਲਾਉਣਾ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। 6 ਮਹੀਨੇ ਹੋ ਜਾਣੇ ਆ 26 ਮਈ ਨੂੰ ਤੇ ਭਾਵੇਂ ਕਿਸਾਨ ਜਥੇਬੰਦੀਆਂ ਤੇ ਜਿਹੜਾ ਕਿਸਾਨ ਉੱਥੇ ਬੈਠਾ ਹੈ ਜਿਹੜੇ ਬਹੁਤ ਕਮਿਟਡ ਲੋਕ ਉੱਥੇ ਰਹਿ ਗਏ ਨੇ ਇਸ ਵੇਲੇ, ਮਤਲਬ ਜਿਹੜਾ ਇੱਕ ਮੇਲੇ ਵਾਲਾ ਮਾਹੌਲ ਖਤਮ ਹੋ ਗਿਆ। ਹੁਣ ਜਿਹੜੇ ਲੋਕ ਆਰ ਪਾਰ ਦੀ ਲੜਾਈ ਲੜਨ ਦੀਆਂ ਗੱਲਾਂ ਕਰਦੇ ਨੇ, ਮਰਨ ਦੀਆਂ ਗੱਲਾਂ ਕਰਦੇ ਨੇ, ਜਿਉਣਾ ਜਾਂ ਮਰਨਾ ਜਾਂ ਜਿੱਤਾਂਗੇ ਜਾਂ ਮਰਾਂਗੇ, ਉਹੀ ਲੋਕ ਹੈ ਜਿਹੜੇ 100% ਕਮਿਟਡ ਲੋਕ ਨੇ ਉਹ ਆਪਣਾ ਸਾਰਾ ਕੁਝ ਵਾਰਨ ਨੂੰ ਉੱਥੇ ਤਿਆਰ ਬੈਠੇ ਹੈ। ਸੋ ਜੇ ਸਰਕਾਰ ਹਾਲੇ ਵੀ ਸੁਹਿਰਦ ਨਹੀਂ ਹੁੰਦੀ ਤਾਂ ਇਹ ਲੜਾਈ ਨੇ ਲੰਬੀ ਚੱਲਣਾ ਹੈ ਤੇ ਇਸ ਲੜਾਈ ਨੇ ਆਪਣੇ ਨਵੇਂ ਰੂਪ ਅਖਤਿਆਰ ਕਰਨੇ ਹੈ ਤੇ ਇਹ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਲਈ ਬਹੁਤ ਵੱਡੀ ਸਿਰ ਦੀ ਪੀੜ ਬਣੇਗੀ
ਉਹਨਾਂ ਦੇ ਗਲੇ ਦੀ ਹੱਡੀ ਬਣੇਗੀ। ਦੂਜੀ ਗੱਲ, ਪੰਜਾਬ ਪੋਲਿਟਿਕਸ ਦੇ ਹਵਾਲੇ ਨਾਲ ਜਦੋਂ ਅਸੀਂ ਕਰ ਰਹੇ ਹਾਂ, ਲੰਬੀ ਗੱਲ ਆਪਾਂ ਇੱਥੇ ਕੱਲ ਕਰਾਂਗੇ, ਮੈਂ ਸਿਰਫ ਸਿੰਪਲ ਗੱਲ ਕਹਿਣੀ ਹੈ ਵੀ ਜੋ ਵੀ ਇਹ ਵਰਤਾਰਾ ਅਸੀਂ ਦੇਖਿਆ ਹੈ, ਪਰਸੋਂ ਤੋਂ ਜੋ ਕੁਝ ਵਾਪਰਿਆ, ਵੈਸੇ ਤਾਂ ਪਹਿਲਾਂ ਤੋਂ ਇਹਦੀ ਨੀਂਹ ਰੱਖ ਦਿੱਤੀ ਗਈ। ਜਿਹੜਾ ਉਹਨੇ ਗ੍ਰੰਥੀ ਸਿੰਘ ਨੇ ਇੱਕ ਅਰਦਾਸ ਕੀਤੀ ਆ, ਮੈਂ ਉਹਦੇ ਚ ਜਾਂਦਾ ਨਹੀਂ ਕਿਉਂਕਿ ਉਹ ਸਾਰਿਆਂ ਨੇ ਸੁਣੀ ਆ, ਵਾਇਰਲ ਹੋ ਗਈ ਸਾਰੀ ਵੀਡੀਓ, ਪਰ ਉਹਦੀ ਪਿੱਚ ਪਹਿਲਾਂ ਤਿਆਰ ਕੀਤੀ ਗਈ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਅਗਲਾ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਹੈ ਉਹ ਦਲਿਤ ਲੈ ਕੇ ਆਵਾਂਗੇ। ਤੇ ਇਹਦੇ ਵਿੱਚ ਵੀ ਅਸੀਂ ਦੇਖਿਆ ਕਿ ਉਹ ਗੁਰਮੀਤ ਰਾਮ ਰਹੀਮ ਜਿਹੜਾ ਆ, ਉਹਨੂੰ ਪਹਿਲਾਂ ਹਸਪੀਟਲ ਲਿਜਾਇਆ ਗਿਆ, ਬਾਹਰ ਦੀ ਹਵਾ ਦਿਖਾਈ ਗਈ, ਤੇ ਪਰਸੋਂ ਅਰਦਾਸ ਕਰਤੀ ਇਸ ਗ੍ਰੰਥੀ ਸਿੰਘ ਨੇ ਬਈ ਗੁਰਮੀਤ ਰਾਮ ਰਹੀਮ ਦੀ ਸੱਚੇ ਪਾਤਸ਼ਾਹ ਰਿਹਾਈ ਦਾ ਪ੍ਰਬੰਧ ਕਰ, ਤੇ ਮੈਡੀਕਲ ਹੋ ਗਿਆ, ਦੂਜੇ ਦਿਨ ਹੀ ਉਹਦੀ ਰਿਹਾਈ ਹੋ ਗਈ, ਭਾਵੇਂ 48 ਘੰਟਿਆਂ ਦੀ ਹੋ ਗਈ, ਵਾਪਸ ਉਹਨੂੰ ਜੇਲ੍ਹ ਚ ਲੈ ਗਏ ਆ। ਪਰ ਇੱਕ ਪਰਖਿਆ ਜਾ ਰਿਹਾ ਵੀ ਕਿਵੇਂ ਇਹਦੀ ਰਿਹਾਈ ਪੱਕੀ ਕੀਤੀ ਜਾਵੇ, ਜਿੱਦਾਂ ਤੁਸੀਂ ਵੀ ਕਿਹਾ। ਤੇ ਕਿਉਂ ਕੀਤੀ ਜਾਵੇ? ਕਿਉਂਕਿ ਸਿੱਧਾ ਮਸਲਾ ਅਗਲੀਆਂ ਪੰਜਾਬ ਦੀ ਇਲੈਕਸ਼ਨ ਨਾਲ ਜੁੜਿਆ ਹੋਇਆ। ਮਾਲਵੇ ਦੇ ਵਿੱਚ ਇੱਕ ਵੱਡਾ ਵੋਟ ਬੈਂਕ ਜਿਹੜਾ ਆ, ਉਹ ਭਾਰਤੀ ਜਨਤਾ ਪਾਰਟੀ ਨੂੰ ਦਿਖਾਈ ਦੇ ਰਿਹਾ ਕਿ ਇਸ ਵੋਟ ਬੈਂਕ ਨੂੰ ਕਾਂਗਰਸ ਤੇ ਅਕਾਲੀਆਂ ਨੇ ਬਾਰ-ਬਾਰ ਵਰਤਿਆ। ਹੁਣ ਕਿਉਂਕਿ ਫਸਿਆ ਹੋਇਆ ਜੇਲ੍ਹ ਦੇ ਵਿੱਚ ਰਾਮ ਰਹੀਮ, ਉਹਦੇ ਨਾਲ ਸੌਦੇਬਾਜ਼ੀ ਗਈ ਹੈ, ਤੇ ਬੀਜੇਪੀ ਨੂੰ ਆਕਸੀਜਨ ਕੁਝ ਨਾ ਕੁਝ ਤਾਂ ਮਿਲੇ ਪੰਜਾਬ 'ਚ, ਕਿਉਂਕਿ ਜਿਸ ਹਾਲਤ ਵਿੱਚ ਬੀਜੇਪੀ ਅੱਜ ਹੈ, ਪੰਜਾਬ 'ਚ ਇੱਕ ਵੀ ਸੀਟ ਜਿੱਤਣ ਦੇ ਕਾਬਿਲ ਨਹੀਂ ਹੈ। ਏਦਾਂ ਦਾ ਪੱਕਾ ਵੋਟ ਬੈਂਕ ਉਹਨੂੰ ਮਿਲ ਜਾਵੇ ਕਿਸੇ ਸੌਦੇਬਾਜ਼ੀ ਦੇ ਤਹਿਤ, ਤਾਂ ਫਿਰ ਥੋੜਾ ਜਿਹੀ ਬਹੁਤ ਪਰਫਾਰਮੈਂਸ ਉਹਦੀ ਠੀਕ ਹੋ ਸਕਦੀ ਹੈ, ਕਿਤੇ ਨਾ ਕਿਤੇ ਇਸ ਵੇਲੇ 2-3 ਸੀਟਾਂ ਜਿੱਤਣ ਦੀ ਪੋਜੀਸ਼ਨ 'ਚ ਉਹ ਆ ਸਕਦੇ ਆ। ਸ਼ਾਇਦ ਇਹ ਧਿਆਨ 'ਚ ਰੱਖਦਿਆਂ ਹੋਇਆਂ ਉਹਨਾਂ ਨੇ ਇੱਕ ਗੰਦੀ ਕਿਸਮ ਦੀ ਇਹ ਖੇਡ ਹੁਣ ਖੇਡੀ ਹੈ, ਗੁਰਮੀਤ ਰਾਮ ਰਹੀਮ ਨੂੰ ਫੇਰ ਤੋਂ ਜਿਹੜਾ ਐਕਟਿਵ ਕਰਕੇ, ਉਹਨਾਂ ਦਾ ਪੋਲੀਟੀਕਲ ਵਿੰਗ ਵੀ ਐਕਟਿਵ ਹੁਣ ਹੋਏਗਾ। ਤੇ ਇੱਕ ਪਾਸਿਓਂ ਮਤਲਬ ਪੰਜਾਬ ਦੀ ਚੋਣਾਂ ਜਿਹੜੀਆਂ ਸਿਰ ਤੇ ਆ ਰਹੀਆਂ, ਉਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਦਾ ਮਾਹੌਲ ਖਰਾਬ ਹੋਏਗਾ, ਇੱਕ ਕਤਾਰਬੰਦੀ ਕੀਤੀ ਜਾਏਗੀ, ਬਹੁਤ ਵੱਡੇ ਪੱਧਰ ਦੇ ਉੱਤੇ ਹਿੰਸਾ ਦਾ ਵੀ ਡਰ ਫੈਲੇਗਾ। ਦੂਜੇ ਪਾਸੇ ਦੇ ਉੱਤੇ ਉਹਦੀ ਰਿਹਾਈ ਦਾ ਪ੍ਰਬੰਧ ਕਰਕੇ, ਉਹਨੂੰ ਐਕਟਿਵ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਮਤਲਬ ਵੋਟਾਂ ਦਾ ਜਿਹੜਾ ਇਹ ਸਿਲਸਿਲਾ ਜਿਹੜਾ ਆ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਬਹੁਤ ਹੀ ਡਰਟੀ ਗੇਮ ਮੈਂ ਇਹਨੂੰ ਸਮਝਦਾ ਭਾਰਤੀ ਜਨਤਾ ਪਾਰਟੀ ਖੇਡ ਰਹੀ ਹੈ। ਇਹਦੇ ਪਿੱਛੇ ਇਹੀ ਕੁਝ ਹੈ, ਹੋਰ ਕੁਝ ਵੀ ਨਹੀਂ ਹੈ ਜੀ। ਦਸਾਂ ਸਾਹਿਬ, ਵੈਸੇ ਪ੍ਰੋਗਰਾਮ ਦਾ ਸਮਾਂ ਤੇ ਸਮਾਪਤ ਹੋ ਗਿਆ। ਮੈਂ ਜਾਂਦੇ ਜਾਂਦੇ ਤੁਹਾਡੇ ਕੋਲ ਇੱਕ ਗੱਲ ਹੋਰ ਪੁੱਛਣੀ ਆ ਕਿ ਜੇ ਸਰਕਾਰ ਜਿਹੜਾ ਸੰਯੁਕਤ ਮੋਰਚਾ ਆ ਉਹਦੀ ਜਿਹੜੀ ਚਿੱਠੀ ਆ ਉਹਨੂੰ ਸਵੀਕਾਰ ਕਰਦੇ ਹੋਏ ਮੀਟਿੰਗ ਕਾਲ ਕਰਦੀ ਆ, ਤੇ ਕੀ ਕਿਸਾਨ ਜਥੇਬੰਦੀਆਂ ਪਹਿਲਾਂ ਦੀ ਤਰ੍ਹਾਂ ਜਿਸ ਤਰੀਕੇ ਨਾਲ ਬੜੇ ਇੱਕ ਤਰ੍ਹਾਂ ਦਾ ਜੋਸ਼ ਨਾਲ ਜਾ ਕੇ ਗੱਲ ਕਰਦੀਆਂ ਸੀ, ਕੀ ਉਹਨਾਂ ਦਾ ਉਹ ਲੈਵਲ ਬਰਕਰਾਰ ਰਹੇਗਾ, ਜਾਂ ਕੋਈ ਸਮਝੌਤਾਵਾਦੀ ਨੀਤੀ ਜਿਹੜੀ ਆ ਉਹ ਅਪਣਾਈ ਜਾ ਸਕਦੀ ਆ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ? ਇੱਕ ਕੋਵਿਡ ਦਾ ਪ੍ਰੈਸ਼ਰ ਆ, ਇੱਕ ਉੱਥੇ ਇਕੱਠ ਘਟਿਆ ਹੋਇਆ ਆ, ਤੇ ਇੱਕ ਵਿਦਿਨ ਜਿਹੜਾ ਸੰਯੁਕਤ ਬਣਿਆ ਸੀਗਾ ਇਹਨਾਂ ਦਾ ਮੋਰਚਾ ਕਿਸਾਨਾਂ ਦਾ, ਉਹਦੇ ਵਿੱਚੋਂ ਵੀ ਕੁਝ ਆਵਾਜ਼ਾਂ ਇਸ ਤਰ੍ਹਾਂ ਦੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਸਰਕਾਰ ਨਾਲ ਲੈ ਦੇ ਕਰਕੇ ਕੋਈ ਗੱਲ ਮੁਕਾ ਲਈ ਜਾਵੇ, ਸੰਘਰਸ਼ ਨੂੰ ਹੋਰ ਲੰਬਾ ਕਰਨਾ ਕਿਸਾਨ ਹਿੱਤ ਵਿੱਚ ਨਹੀਂ। ਕੀ ਲੱਗਦਾ ਹੈ ਤੁਹਾਨੂੰ ਕਿ ਜਿਹੜਾ ਨਾਅਰਾ ਸੀ ਕਿ ਬਿੱਲ ਵਾਪਸੀ ਨਹੀਂ ਤੇ ਘਰ ਵਾਪਸੀ ਨਹੀਂ, ਸਾਡੀ ਹੋਂਦ ਦਾ ਮਸਲਾ ਆ, ਜੀਵਾਂਗੇ ਜਾਂ ਮਰਾਂਗੇ ਇੱਥੇ ਹੀ ਅਸੀਂ ਡਟੇ ਰਵਾਂਗੇ, ਉਹ ਨਿਭ ਪਾਏਗਾ, ਜਾਂ ਹੁਣ ਲੈ ਦੇ ਵਾਲੀ ਨੀਤੀ ਅਪਣਾ ਕੇ ਕੁਝ ਜਿਹੜਾ ਸਮਝੌਤਾ ਹੋਣ ਦੇ ਆਸਾਰ ਬਣ ਰਹੇ ਨੇ? ਦੇਖੋ, ਐਜ਼ ਅ ਜਰਨਲਿਸਟ ਜੇ ਮੈਂ ਗੱਲ ਕਰਨੀ ਹੋਵੇ ਤਾਂ ਸ਼ਾਇਦ ਮੈਂ ਹੋਰ ਤਰੀਕੇ ਨਾਲ ਕਰਾਂ, ਪਰ ਇਸ ਮਸਲੇ ਤੇ ਮੈਂ ਥੋੜਾ ਸੰਵੇਦਨਸ਼ੀਲ ਹੈ। ਮੈਂ ਕਿਉਂਕਿ ਕਿਸਾਨ ਅੰਦੋਲਨ ਦਾ ਹਮਾਇਤੀ ਪਹਿਲਾਂ ਆ, ਪੱਤਰਕਾਰ ਬਾਅਦ ਵਿੱਚ ਹੈ, ਸੋ ਮੈਂ ਕੋਈ ਵੀ ਏਦਾਂ ਦੀ ਗੱਲ ਨਹੀਂ ਕਹਿਣੀ ਚਾਹੁੰਦਾ ਜਿਹੜੀ ਮੈਂ ਆਪਣੇ ਕੋਲੋਂ ਕਵਾਂ, ਕੋਈ ਹਵਾ ਚੁਡਾਵਾਂ ਗੱਲ ਵੀ ਏਦਾਂ ਹੋ ਸਕਦੀ ਹੈ। ਪਰ ਫਿਰ ਵੀ ਰੂਟੀਨ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਦੁਨੀਆ ਭਰ ਦੇ ਵਿੱਚ ਏਦਾਂ ਹੁੰਦਾ ਕਿ ਜਦੋਂ ਅੰਦੋਲਨ ਚੱਲਦੇ ਨੇ ਤੇ ਜਦੋਂ ਡਾਇਲੋਗ ਦੀ ਟੇਬਲ ਤੇ ਹੁੰਦੇ ਆ ਤੇ ਕੁਝ ਨਾ ਕੁਝ ਉੱਪਰ ਥੱਲੇ ਤਾਂ ਲਾਜ਼ਮੀ ਤੌਰ ਤੇ ਹੋਇਆ ਕਰਦਾ ਹੈ। ਉਹ ਕਿਸ ਰੂਪ ਦੇ ਵਿੱਚ ਹੋਏਗਾ ਇਹ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇਖੇਗੀ। ਪਰ ਸਰਕਾਰ ਕੁਝ ਨਵੀਂ ਆਫਰਸ ਜਿਹੜੀ ਆ ਕਰ ਸਕਦੀ ਹੈ, ਉਸ ਆਫਰ ਨੂੰ ਸਵੀਕਾਰ ਕਰਨਾ ਨਾ ਕਰਨਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਹੈ। ਇਸ ਮੋਰਚੇ ਦਾ ਬਹੁਤ ਨੁਕਸਾਨ ਕੀਤਾ ਕੁਝ ਲੋਕਾਂ ਨੇ, ਹਾਲੇ ਵੀ ਕਰ ਰਹੇ ਆ। ਇੱਕ ਵਾਰ ਫੇਰ ਤੋਂ ਉਹਨੂੰ ਸ਼ਿੰਗਾਰ ਕੇ, ਜਿਹਨੇ 26 ਜਨਵਰੀ ਵਾਲੀਆਂ ਘਟਨਾਵਾਂ ਦੇ ਸੰਦਰਭ 'ਚ ਗੱਲ ਕਰੀਏ ਤੇ ਹੁਣ ਉਹ ਰਿਹਾ ਹੋ ਕੇ ਆ ਗਿਆ ਦੀਪ ਸਿੱਧੂ, ਜੋ 26 ਜਨਵਰੀ ਦਾ ਜਿਹੜਾ ਹਮਲਾ ਸੀ ਸੰਯੁਕਤ ਕਿਸਾਨ ਮੋਰਚੇ ਦੇ ਉੱਤੇ, ਜਾਂ ਇਸ ਐਜੀਟੇਸ਼ਨ ਦੇ ਉੱਤੇ, ਜਾਂ ਕਹਿ ਲਓ ਵੀ
ਇਹ ਜਿਹੜਾ ਐਡਾ ਮਹਾਨ ਸੰਘਰਸ਼ ਉਸਾਰਿਆ ਗਿਆ ਸੀ, ਉਸ ਹਮਲੇ 'ਚ ਫੇਲ ਹੋਣ ਦੇ ਬਾਵਜੂਦ ਵੀ ਜੇ ਬਣਿਆ ਤੇ ਉਹੀ ਕਾਰਨ ਬਣਿਆ ਵੀ ਕਿਵੇਂ ਇਸ ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਤੇ ਹੁਣ ਫੇਰ ਉਹਨੂੰ ਸ਼ਿੰਗਾਰ ਕੇ ਭੇਜ ਦਿੱਤਾ ਗਿਆ। ਪਹਿਲਾਂ ਉਹ ਆਇਆ ਸੀ ਦੀਪ ਸਿੱਧੂ, ਤੇ ਉਹਨੇ ਆ ਕੇ ਜੇਲ੍ਹ ਤੋਂ ਰਿਹਾ ਹੁੰਦੇ ਬੰਬੇ ਪਹੁੰਚ ਗਿਆ ਸੀ, ਤੇ ਉਹਨੇ ਕਿਹਾ ਸੀ ਵੀ ਮੈਂ ਤਾਂ ਜੀ ਹੁਣ ਵਾਪਸ ਨਹੀਂ ਜਾਣਾ, ਨਾ ਮੈਂ ਕਿਸਾਨਾਂ ਦੇ ਅੰਦੋਲਨ 'ਚ ਜਾਵਾਂ, ਨਾ ਮੈਂ ਪੰਜਾਬ ਜਾਵਾਂ, ਮੈਂ ਤਾਂ ਹੁਣ ਆਪਣੀਆਂ ਫਿਲਮਾਂ ਬਣਾਉਂਗਾ। ਪਰ ਕੁਝ ਦਿਨਾਂ ਬਾਅਦ ਹੀ ਉਹ ਪੰਜਾਬ ਆ ਗਿਆ। ਕੱਲ ਆਪਣੇ ਪਿੰਡ ਸੀ ਉਹ, ਪੰਜਾਬ 'ਚ ਫਿਰ ਤੋਂ ਉਹਨੇ ਕੰਪੇਨ ਜੇ ਸ਼ੁਰੂ ਕੀਤੀ ਹੈ, ਕਿਉਂਕਿ ਉਹਦੇ ਪਿੱਛੇ ਜਿਹੜੇ ਬੈਠੇ ਲੋਕ ਨੇ ਉਹਨਾਂ ਨੂੰ ਫਿਰ ਤੋਂ ਸ਼ਿੰਗਾਰ ਕੇ ਉਹਨੂੰ ਭੇਜ ਦਿੱਤਾ ਹੈ ਕਿ ਕਿਸਾਨ ਅੰਦੋਲਨ ਨੂੰ ਖਰਾਬ ਕਰੋ। ਉਹ ਭਾਰਤੀ ਜਨਤਾ ਪਾਰਟੀ ਵੱਲੋਂ ਖੇਡ ਰਿਹਾ। ਸੋ ਇਹ ਇੱਕ ਖਤਰਾ ਬਰਕਰਾਰ ਹੈ। ਇਹਨੂੰ ਕਿੱਦਾਂ ਮੁਕਾਬਲਾ ਕਰਨਾ, ਡਾਇਲੋਗ ਵੀ ਕਰਨਾ ਸਰਕਾਰ ਨਾਲ, ਤੇ ਨਾਲ ਏਦਾਂ ਦੀਆਂ ਤਾਕਤਾਂ ਜਿਹੜੀਆਂ ਉਹਨਾਂ ਤੋਂ ਵੀ ਬਚਣਾ ਆ। ਇਹ ਸੰਯੁਕਤ ਕਿਸਾਨ ਮੋਰਚੇ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਇਸ ਚੁਣੌਤੀ ਜਾਂ ਚੈਲੰਜਿੰਗ ਭਰੇ ਸਮੇਂ 'ਚ ਮੈਂ ਆਪਣੇ ਵੱਲੋਂ ਕੋਈ ਟਿੱਪਣੀ ਕਰਾਂ ਜਾਂ ਸਲਾਹ ਦੇਵਾਂ ਸੰਯੁਕਤ ਕਿਸਾਨ ਮੋਰਚੇ ਨੂੰ, ਇਹ ਮੇਰਾ ਨਾ ਅਧਿਕਾਰ ਹੈ ਤੇ ਨਾ ਹੀ ਮੇਰੀ ਇੰਨੀ ਅਕਲ ਹੈ ਜੀ। ਦਸਾਂਝ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਭਰਪੂਰ ਜਾਣਕਾਰੀ ਸਾਰੇ ਮਸਲਿਆਂ ਦੇ ਉੱਤੇ ਤੁਸੀਂ ਸਾਨੂੰ ਦਿੱਤੀ।